ਜੇ ਆਪਾਂ ਕੁਝ ਸ਼ਬਦਾਂ ਦੇ ਵਿੱਚ ਦੇਖਣਾ ਹੋਵੇ ਹੁਣ ਤੱਕ ਦਾ ਇਹ ਸਫ਼ਰ ਕਿਸ ਤਰੀਕੇ ਦਾ ਰਿਹਾ ਤੁਹਾਡਾ? ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਜੇ ਕਹਿਣਾ ਹੋਵੇ ਤਾਂ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਬਹੁਤ ਜ਼ਿਆਦਾ ਸੰਘਰਸ਼ ਵਾਲਾ ਔਰ ਇੱਕ ਵੱਡੀ ਜੰਗ ਲੜਨ ਵਾਲਾ ਸਫ਼ਰ ਜਿਹੜਾ ਹੁਣ ਤੱਕ ਦਾ ਰਿਹਾ। ਮੇਰਾ ਜਿਹੜਾ ਪਿੰਡ ਹੈ ਜੀ ਉਹ ਬੜਵਾ ਪਿੰਡ ਹੈ ਜਿਹੜਾ ਕਿ ਜ਼ਿਲ੍ਹਾ ਰੋਪੜ ਦੇ ਨੂਰਪੁਰ ਬੇਦੀ ਬਲਾਕ ਦੇ ਵਿੱਚ ਪੈਂਦਾ ਤੇ ਉਹੀ ਮੇਰਾ ਜਨਮ ਵੀ ਉਸੇ ਪਿੰਡ ਦੇ ਵਿੱਚ ਹੈ ਤੇ ਮੇਰੀ ਜਿਹੜੀ ਸਕੂਲ ਦੀ ਪੜ੍ਹਾਈ ਹੈ ਉਹ ਵੀ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਤੇ ਸਰਕਾਰੀ ਹਾਈ ਸਕੂਲ ਬੜਵਾ ਦੀ ਹੈ। ਪਰਿਵਾਰ ਦੇ ਵੱਲੋਂ ਕਿਸ ਤਰੀਕੇ ਦੀ ਸਪੋਰਟ ਰਹੀ ਹੈ, ਕਿਸ ਤਰੀਕੇ ਨਾਲ ਪੜ੍ਹਾਈ ਦਾ ਦੌਰ ਤੁਹਾਡਾ ਰਿਹਾ ਤੁਸੀਂ ਕਿਉਂਕਿ ਐਡਵੋਕੇਟ ਦਾ ਮੈਨੂੰ ਲੱਗਦਾ ਕਿ ਉਹ ਤੱਕ ਪਹੁੰਚਣ ਲਈ ਵੀ ਇੱਕ ਸੰਘਰਸ਼ ਹੁੰਦਾ ਨਾ ਬੰਦੇ ਦਾ ਕਿ ਕਿੱਧਰਲੀ ਡਾਇਰੈਕਸ਼ਨ ਦੇ ਵਿੱਚ ਜਾਣਾ। ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ। ਪੜ੍ਹਾਈ ਦੇ ਵਿੱਚ ਵੀ, ਸਿਆਸਤ ਦੇ ਵਿੱਚ ਵੀ, ਸੰਘਰਸ਼ ਦੇ ਵਿੱਚ ਵੀ ਹਰ ਜਗ੍ਹਾ ਜਿਹੜਾ ਉਹ ਪਰਿਵਾਰ ਦਾ ਸਹਿਯੋਗ ਤਾਂ ਜਿਹੜਾ ਉਹ ਮਿਲਿਆ ਹੀ ਮਿਲਿਆ ਹੈ। ਵਕਾਲਤ ਵਾਲੇ ਪਾਸੇ ਕਿੰਨਾ ਸਮਾਂ ਪ੍ਰੈਕਟਿਸ ਕਰਦੇ ਨੂੰ ਹੋ ਗਿਆ? ਉਦੋਂ ਤੋਂ ਲੈ ਕੇ ਜੀ 2009 ਤੋਂ ਲੈ ਕੇ ਹੁਣ ਇਲੈਕਸ਼ਨ ਲੜਨ ਤੱਕ ਮੈਂ ਵਕਾਲਤ ਦੇ ਵਿੱਚ ਹੀ ਜਿਹੜਾ ਰਿਹਾ ਤੇ ਹੁਣ ਵੀ ਮੇਰਾ ਜਿਹੜਾ ਮਨ ਹੈ ਉਹ ਵਕਾਲਤ ਨੂੰ ਕਿਤੇ ਨਾ ਕਿਤੇ ਨਾਲ ਜਾਰੀ ਰੱਖਣ ਦਾ ਹੈ। ਇਸ ਸਫ਼ਰ ਦੇ ਦੌਰਾਨ ਅਕਸਰ ਇਹ ਹੁੰਦਾ ਕਿ ਬਹੁਤ ਸਾਰੇ ਸਾਥੀ ਵੀ ਬਣਦੇ ਨੇ, ਬਹੁਤ ਸਾਰੇ ਦੁਸ਼ਮਣ ਵੀ ਬਣਦੇ ਨੇ। ਜੇ ਅਸੀਂ ਸਾਥੀਆਂ ਦੀ ਗੱਲ ਕਰੀਏ ਕਿਹੜੇ ਨਾਮ ਯਾਦ ਨੇ ਜਿਹੜੇ ਹਮੇਸ਼ਾ ਨਾਲ ਖੜੇ ਰਹੇ ਨੇ? ਜੋ ਵੀ ਕਿਸੇ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਨਾਲ ਫਿਰ ਬਹੁਤ ਸਾਰਾ ਸਿਸਟਮ ਹਿੱਲਦਾ ਜਿਹਦੇ ਨਾਲ ਦੁਸ਼ਮਣਾਂ ਦੀ ਲਿਸਟ ਕਾਫੀ ਲੰਬੀ ਹੋ ਜਾਂਦੀ ਹੈ। ਪਰ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਰਹੀ ਵੀ ਜਿਹੜੀ ਸਾਥੀਆਂ ਦੀ ਲਿਸਟ ਹੈ ਉਹ ਵੀ ਕਿਤੇ ਥੋੜੀ ਨਹੀਂ ਹੈਗੀ। ਜਦੋਂ ਇਹ ਕੰਮ ਸ਼ੁਰੂ ਕੀਤਾ ਸੀਗਾ ਫਿਰ ਧਮਕੀਆਂ ਵੀ ਆਉਣੀਆਂ ਸ਼ੁਰੂ ਹੁੰਦੀਆਂ ਨੇ ਬੰਦੇ ਨੂੰ, ਸਾਰਾ ਕੁਝ ਹੁੰਦਾ ਉਸ ਵੇਲੇ? ਬਿਲਕੁਲ ਜੀ, ਫਿਰ ਤਾਂ ਹਰ ਦਿਨ ਧਮਕੀ ਵਰਗਾ ਹੋ ਜਾਂਦਾ ਜੀ। ਧਮਕੀਆਂ ਛੱਡੋ, ਤੁਹਾਡੇ ਖਿਲਾਫ ਜਿਹੜੇ ਉਸ ਵੇਲੇ ਦੇ ਪੋਲੀਟੀਕਲੀ ਮੋਟੀਵੇਟਡ ਮਾਫੀਆਜ਼ ਹੈ ਉਹ ਤੁਹਾਡੇ ਖਿਲਾਫ ਹਰ ਤਰ੍ਹਾਂ ਦੀ ਸਾਜ਼ਿਸ਼ ਕਰਦੇ ਹੈ, ਤੁਹਾਡੇ ਖਿਲਾਫ ਹਰ ਤਰ੍ਹਾਂ ਦੀ ਕਨਸਪੀਰੇਸੀ ਕਰਦੇ ਹੈ। ਜਦੋਂ ਵਕਾਲਤ ਕਰਦੇ ਫਿਰ ਚੋਣਾਂ ਵਾਲਾ ਸਿਸਟਮ ਕਦੋਂ ਸ਼ੁਰੂ ਹੋਇਆ? ਇੱਧਰਲੇ ਪਾਸੇ ਨੂੰ ਆਉਣ ਦਾ ਮਨ ਕਦੋਂ ਬਣਾਇਆ ਵੀ ਇੱਧਰਲੇ ਪਾਸੇ ਨੂੰ ਵੀ ਜਾਇਆ ਜਾ ਸਕਦਾ? ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਕਾਰਨ ਕੀ ਸੀ ਤੁਹਾਡਾ? ਉਸ ਵੇਲੇ ਪੋਜੀਸ਼ਨ ਇਹ ਜਦੋਂ ਅਸੀਂ ਐਕਟਿਵਿਜ਼ਮ ਕਰਕੇ ਦੇਖਿਆ, ਕੋਈ ਧਰਨੇ ਮਾਰ ਕੇ ਦੇਖੇ, ਸੰਘਰਸ਼ ਲੜ ਕੇ ਦੇਖੇ, ਉਹ ਇਹ ਚੀਜ਼ ਲੱਗੀ ਯਾਰ ਕਿ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਹੈ ਇਹਨਾਂ ਦਾ ਫਰਕ ਹੀ ਕੋਈ ਨਹੀਂ ਪੈਂਦਾ। ਇਹਨਾਂ ਨੂੰ ਜੋ ਮਰਜ਼ੀ ਅਦਾਲਤਾਂ ਕਹੀ ਜਾਣ, ਜੋ ਮਰਜ਼ੀ ਲੋਕ ਧਰਨੇ ਮਾਰੀ ਜਾਣ, ਇਹ ਤਾਂ ਆਪਣਾ ਢੀਠ ਹੋ ਕੇ ਚੱਲੀਆਂ ਹੋਈਆਂ ਨੇ। ਸੋ ਇਸ ਕਰਕੇ ਇੱਕ ਨਵੀਂ ਧਿਰ ਦੀ ਤਾਂ ਲੋੜ ਹੈਗੀ ਹੈ। ਰਾਘਵ ਚੱਡਾ ਦੇ ਨਾਲ ਕੋਈ ਰਿਸ਼ਤੇਦਾਰੀ ਹੈ ਤੁਹਾਡੀ? ਅਕਸਰ ਇੱਕ ਜ਼ਿਕਰ ਚੱਲ ਪੈਂਦਾ ਕਹਿੰਦੇ ਦਿਨੇਸ਼ ਚੱਡਾ ਰਾਘਵ ਚੱਡਾ ਕੋਈ ਨਾ ਕੋਈ ਰਿਸ਼ਤੇਦਾਰੀ ਹੈ ਤੁਹਾਡੀ, ਨੇੜਤਾ ਬੜੀ ਰਹਿੰਦੇ ਕਹਿੰਦੇ। ਸਭ ਤੋਂ ਵੱਡੀ ਰਿਸ਼ਤੇਦਾਰੀ ਤਾਂ ਸਾਰਿਆਂ ਦੇ ਨਾਲ ਇੱਕ ਦੂਜੇ ਨਾਲ ਆਮ ਆਦਮੀ ਪਾਰਟੀ ਹੋ ਗਈ। ਆਮ ਆਦਮੀ ਪਾਰਟੀ ਵੀ ਆਪਣੇ ਆਪ 'ਚ ਇੱਕ ਰਿਸ਼ਤਾ ਹੈ। ਉਹ ਜਿਹੜੇ ਅਸੀਂ ਆਮ ਆਦਮੀ ਪਾਰਟੀ ਸਾਰੇ ਕੰਮ ਕਰਦੇ ਹਾਂ ਇਮਾਨਦਾਰੀ ਨਾਲ ਤੇ ਉਹ ਵੈਸੇ ਤਾਂ ਸਭ ਤੋਂ ਵੱਡਾ ਬੌਂਡ, ਸਭ ਤੋਂ ਵੱਡਾ ਰਿਸ਼ਤਾ ਉਹੀ ਹੋ ਗਿਆ। ਉਹਦੇ ਐਮਐਲਏ ਬਣੇ ਹੋ, ਕਿਹੜੀਆਂ ਚੀਜ਼ਾਂ ਇਦਾਂ ਦੀਆਂ ਦੇਖੀਆਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋ ਰਹੀਆਂ ਸੀਗੀਆਂ? ਹਲਕੇ ਦਾ ਵਿਕਾਸ ਕਿੱਥੇ ਰੁਕਿਆ ਹੋਇਆ ਸੀ ਤੁਹਾਡੇ ਸਾਹਮਣੇ? ਇਸ ਮੇਰੇ ਨੂਰਪੁਰ ਬੇਦੀ ਬਲਾਕ ਦਾ ਇਕਲੌਤਾ ਹਸਪੀਟਲ ਹੈ ਸਿੰਘਪੁਰ ਦਾ ਹਸਪੀਟਲ। ਉਹ ਅਜੇ ਤੱਕ ਚਿੱਟਾ ਹਾਥੀ ਕਹਿੰਦੇ ਸੀ, ਪਰਚੇ ਵਾਲਾ ਹਸਪੀਟਲ ਕਹਿੰਦੇ ਸੀ। ਅਸੀਂ ਆਉਂਦਿਆਂ ਨੇ ਉਹਦੀ ਹਾਲਤ ਸੁਧਾਰੀ ਹੈ। ਅੱਜ ਉਹ ਹਸਪੀਟਲ ਬੜਾ ਵਧੀਆ ਚੱਲ ਰਿਹਾ। ਜਿਹੜੀਆਂ ਚੀਜ਼ਾਂ ਨੇ ਉੱਥੇ ਉਸ ਹਸਪੀਟਲ ਦੇ ਮੇਰੇ ਖਿਆਲ 25-27 ਸਾਲ ਬਾਅਦ ਤਾਂ ਬੈੱਡ ਚੇਂਜ ਹੋਏ ਨੇ। ਅੱਜ ਤੱਕ ਉਸ ਹਸਪੀਟਲ 'ਚ 150 ਪਿੰਡਾਂ ਦੇ ਹਸਪੀਟਲ ਦੇ ਵਿੱਚ ਡਿਜੀਟਲ ਐਕਸ ਦੀ ਮਸ਼ੀਨ ਨਹੀਂ ਸੀ, ਉਹ ਅਸੀਂ ਉੱਥੇ ਲੈ ਕੇ ਆਏ ਹਾਂ। ਇਹ ਪੇ ਦੇ ਪੁੱਤਾਂ ਨੇ ਹੁਣ ਤੱਕ 2016 ਦਾ ਸਰਕਾਰੀ ਕਰਤਾ ਵਾ ਸੀਗਾ। ਸਰਕਾਰੀ 2016 ਤੋਂ ਲੈ ਕੇ ਹੁਣ ਤੱਕ ਉੱਥੇ ਪ੍ਰਿੰਸੀਪਲ ਦੀ ਪੋਸਟ ਹੀ ਨਹੀਂ ਕ੍ਰੀਏਟ ਕੀਤੀ ਵੀ ਸੀ। ਪਹਿਲਾਂ ਅਸੀਂ ਪ੍ਰਿੰਸੀਪਲ ਦੀ ਉੱਥੇ ਪੋਸਟ ਕ੍ਰੀਏਟ ਕਰਵਾਈ, ਫਿਰ ਪੋਸਟ 'ਤੇ ਫਿਰ ਪ੍ਰਿੰਸੀਪਲ ਨੂੰ ਵੀ ਲਾਇਆ ਉੱਥੇ ਤੇ ਇਹਨਾਂ ਨੇ ਉਹਦਾ ਕਾਲਜ ਦਾ ਹੁਣ ਤੱਕ ਜਿਹੜੀਆਂ ਖਾਤਾ ਹੀ ਨਹੀਂ ਖੋਲ੍ਹਿਆ ਵਾ ਸੀਗਾ। ਉਹਦੇ ਕੋਲ ਕੋਈ ਗ੍ਰਾਂਟ ਹੀ ਨਹੀਂ ਆ ਸਕਦੀ ਸੀ। ਗ੍ਰਾਂਟ ਤਾਂ ਆਉਂਦੀ ਉਹਦਾ ਖਾਤਾ ਹੋਵੇ, ਬਿਲਕੁਲ। ਉਹਦਾ ਅਸੀਂ ਖਾਤਾ ਵੀ ਖੋਲ੍ਹਤਾ ਤੇ ਉਹਦੇ 'ਚ ਇੱਕ ਮੋਟੀ ਗ੍ਰਾਂਟ ਵੀ ਹੁਣ ਆ ਗਈ ਹੈ ਉਹਦਾ, ਜਿਹਦਾ ਉੱਥੇ ਕੰਮ ਹੁਣ ਸ਼ੁਰੂ ਹੋਣ ਲੱਗਿਆ। ਇਸੇ ਤਰ੍ਹਾਂ ਜਿਹੜਾ ਗਵਰਨਮੈਂਟ ਕਾਲਜ ਰੋਪੜ ਹੈ ਉਹਦੇ ਲਈ ਵੀ ਅਸੀਂ 1 ਕਰੋੜ ਤੋਂ ਜ਼ਿਆਦਾ ਗ੍ਰਾਂਟ ਜਿਹੜੀ ਹੈ ਉਹ ਸਾਡੀ ਪਹਿਲੇ ਸਾਲ ਦੇ ਵਿੱਚ ਹੀ ਆ ਚੁੱਕੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਫ਼ਰ ਜ਼ਿੰਦਗੀ ਲੈ ਕੇ ਹਾਜ਼ਰ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਰੂਬਰੂ ਇੱਕ ਅਜਿਹੀ ਸ਼ਖਸੀਅਤ ਕਰਵਾਈ ਜਾਵੇ ਜਿਹਨੇ ਇੱਕ ਸੰਘਰਸ਼ ਦੇਖਿਆ ਤੇ ਇੱਕ ਮੁਕਾਮ ਹਾਸਲ ਕੀਤਾ। ਅੱਜ ਸਾਡੇ ਨਾਲ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਹੋਣਗੇ। ਗੱਲਬਾਤ ਕਰਕੇ ਸਮਝਾਂਗੇ ਕਿ ਹੁਣ ਤੱਕ ਦਾ ਇਹ ਸਫ਼ਰ ਕਿਸ ਤਰੀਕੇ ਨਾਲ ਰਿਹਾ, ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਤੋਂ ਲੰਘਦੇ ਜਦੋਂ ਵਕਾਲਤ ਦਾ ਪੇਸ਼ਾ ਸ਼ੁਰੂ ਕੀਤਾ
ਫਿਰ ਆਰਟੀਆਈ ਐਕਟਿਵਿਸਟ ਦੇ ਵਜੋਂ ਜਾਣੇ ਜਾਣ ਲੱਗੇ ਤੇ ਅੱਜ ਕੱਲ ਐਮਐਲਏ ਬਣ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਆ। ਤਾਂ ਇਹ ਸਫ਼ਰ ਦੇ ਵਿੱਚ ਕੀ ਉਤਾਰ ਚੜ੍ਹਾਅ ਆਏ ਆ ਜਿਨ੍ਹਾਂ ਦੀ ਜ਼ੁਬਾਨੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਬਹੁਤ ਮਿਹਰਬਾਨੀ ਭੋਗਤ ਸਾਹਿਬ, ਧੰਨਵਾਦ। ਚੱਡਾ ਸਾਹਿਬ, ਜੇ ਆਪਾਂ ਕੁਝ ਸ਼ਬਦਾਂ ਦੇ ਵਿੱਚ ਦੇਖਣਾ ਹੋਵੇ ਹੁਣ ਤੱਕ ਦਾ ਇਹ ਸਫ਼ਰ ਕਿਸ ਤਰੀਕੇ ਦਾ ਰਿਹਾ ਤੁਹਾਡਾ? ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਜੇ ਕਹਿਣਾ ਹੋਵੇ ਤਾਂ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਬਹੁਤ ਜ਼ਿਆਦਾ ਸੰਘਰਸ਼ ਵਾਲਾ ਔਰ ਇੱਕ ਵੱਡੀ ਜੰਗ ਲੜਨ ਵਾਲਾ ਸਫ਼ਰ ਜਿਹੜਾ ਹੁਣ ਤੱਕ ਦਾ ਰਿਹਾ ਜੀ। ਜੇ ਅਸੀਂ ਸ਼ੁਰੂਆਤ ਦੀ ਗੱਲ ਕਰੀਏ, ਬਚਪਨ ਤੁਹਾਡਾ ਫਿਰ ਕਿਹੜੇ ਪਿੰਡ ਤੋਂ ਸ਼ੁਰੂਆਤ ਹੈ ਤੁਹਾਡੀ? ਕਿਹੜੇ ਪਿੰਡ ਦੇ ਵਿੱਚ ਜਨਮ ਹੋਇਆ ਤੁਹਾਡਾ? ਪੜ੍ਹਾਈ ਤੁਹਾਡੀ ਮੁੱਢਲੀ ਕਿੱਥੋਂ ਹੋਈ ਇਹਦੇ? ਮੇਰਾ ਜਿਹੜਾ ਪਿੰਡ ਹੈ ਜੀ ਉਹ ਬੜਵਾ ਪਿੰਡ ਹੈ, ਜਿਹੜਾ ਕਿ ਜ਼ਿਲ੍ਹਾ ਰੋਪੜ ਦੇ ਨੂਰਪੁਰ ਬੇਦੀ ਬਲਾਕ ਦੇ ਵਿੱਚ ਪੈਂਦਾ। ਅਤੇ ਉਹੀ ਮੇਰਾ ਜਨਮ ਵੀ ਉਸੇ ਪਿੰਡ ਦੇ ਵਿੱਚ ਹੈ। ਅਤੇ ਮੇਰੀ ਜਿਹੜੀ ਸਕੂਲ ਦੀ ਪੜ੍ਹਾਈ ਹੈ ਉਹ ਵੀ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਅਤੇ ਸਰਕਾਰੀ ਹਾਈ ਸਕੂਲ ਬੜਵਾ ਦੀ ਹੈ, ਜਿਹਨੂੰ ਅਸੀਂ ਫੱਟੀ ਵਾਲਾ ਸਕੂਲ ਕਹਿ ਦਿੰਦੇ ਹਾਂ ਜੀ। ਅਤੇ ਉੱਥੋਂ ਦੀ ਉਸੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਹੈ ਜੀ। ਅਤੇ ਅੱਜ ਕੱਲ੍ਹ ਸਕੂਲ ਦੀ ਅੱਗੇ ਕੋਈ ਡਿਵੈਲਪਮੈਂਟ ਹੋਈ ਉਸੇ ਦੀ ਜਾਂ ਜਾਣੇ ਰਹਿੰਦੇ ਉੱਧਰਲੇ ਪਾਸੇ? ਨਹੀਂ, ਬਿਲਕੁਲ ਜੀ। ਮੈਂ ਜਿਹੜਾ ਜਾਣ ਵਾਲੀ ਗੱਲ ਨਹੀਂ ਹੈ, ਸਿਰਫ ਰੈਗੂਲਰਲੀ ਉੱਥੇ ਹੀ ਜਿਹੜਾ ਰਹੀਦਾ ਪਿੰਡ ਦੇ ਵਿੱਚ ਹੀ, ਕੋਈ ਹਰ ਰੋਜ਼ ਦੀ ਤਰ੍ਹਾਂ ਉੱਥੇ ਕੋਈ ਸਾਲਾਂ ਮਹੀਨਿਆਂ ਬਾਅਦ ਜਾਣ ਵਾਲੀ ਗੱਲ ਨਹੀਂ ਹੈ। ਅਤੇ ਸਕੂਲ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਕੁਛ ਨਾ ਕੁਛ ਹੋਈ ਹੈ ਅਤੇ ਬਾਕੀ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਕਰਾਂਗੇ। ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਪਰਿਵਾਰ ਦੇ ਵੱਲੋਂ ਕਿਸ ਤਰੀਕੇ ਦੀ ਸਪੋਰਟ ਰਹੀ ਹੈ, ਕਿਸ ਤਰੀਕੇ ਨਾਲ ਪੜ੍ਹਾਈ ਦਾ ਦੌਰ ਤੁਹਾਡਾ ਰਿਹਾ? ਤੁਸੀਂ ਕਿਉਂਕਿ ਐਡਵੋਕੇਟ ਦਾ ਮੈਨੂੰ ਲੱਗਦਾ ਕਿ ਉਹ ਤੱਕ ਪਹੁੰਚਣ ਲਈ ਵੀ ਇੱਕ ਸੰਘਰਸ਼ ਹੁੰਦਾ ਨਾ ਬੰਦੇ ਦਾ, ਕਿ ਕਿੱਧਰਲੀ ਡਾਇਰੈਕਸ਼ਨ ਦੇ ਵਿੱਚ ਜਾਣਾ। ਇਹ ਉਸ ਸਕੂਲ ਦੀ ਪੜ੍ਹਾਈ ਤੋਂ ਬਾਅਦ ਅੱਗੇ ਕਿਸ ਤਰੀਕੇ ਨਾਲ ਪੜ੍ਹਾਈ ਕੀਤੀ ਹੈਗੀ ਜਾਂ ਪਰਿਵਾਰ ਦਾ ਕੀ ਰੋਲ ਰਿਹਾ ਪੂਰੇ ਪ੍ਰੋਗਰਾਮ ਦੌਰਾਨ? ਸਕੂਲ ਦੀ ਪੜ੍ਹਾਈ ਤੋਂ ਬਾਅਦ ਜਿਹੜੀ ਮੇਰੀ ਗ੍ਰੈਜੂਏਸ਼ਨ ਹੈ ਉਹ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੀ ਹੈ। ਅਤੇ ਜਿਹੜੀ ਮੇਰੀ ਵਕਾਲਤ ਹੈਗੀ ਹੈ ਜੀ LLB, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੇ ਵਿੱਚੋਂ ਮੈਂ ਵਕਾਲਤ ਕੀਤੀ ਸੀਗੀ। ਅਤੇ ਇਹ ਸਾਰੇ ਸਮੇਂ ਦੌਰਾਨ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ। ਪੜ੍ਹਾਈ ਦੇ ਵਿੱਚ ਵੀ, ਸਿਆਸਤ ਦੇ ਵਿੱਚ ਵੀ, ਸੰਘਰਸ਼ ਦੇ ਵਿੱਚ ਵੀ, ਹਰ ਜਗ੍ਹਾ ਜਿਹੜਾ ਉਹ ਪਰਿਵਾਰ ਦਾ ਸਹਿਯੋਗ ਤਾਂ ਜਿਹੜਾ ਉਹ ਮਿਲਿਆ ਹੀ ਮਿਲਿਆ ਹੈ। ਉਸ ਦੇ ਨਾਲ ਹੀ ਮੈਂ ਤਾਂ ਇਹ ਵੀ ਕਹੂੰਗਾ ਕਿ ਜਦੋਂ ਤੁਸੀਂ ਕੋਈ ਲੜਾਈ ਲੜਦੇ ਆ, ਕੋਈ ਸੰਘਰਸ਼ ਲੜਦੇ ਆ, ਉਹਦੇ 'ਚ ਤੁਹਾਨੂੰ ਮੁਸੀਬਤਾਂ ਵੀ ਬੜੀਆਂ ਝੱਲਣੀਆਂ ਪੈਂਦੀਆਂ। ਉਹ ਮੁਸੀਬਤਾਂ ਫਿਰ ਇਕੱਲਿਆਂ ਤੱਕ ਸੀਮਿਤ ਨਹੀਂ ਰਹਿ ਜਾਂਦੀਆਂ, ਉਹ ਪੂਰੇ ਪਰਿਵਾਰ ਲਈ ਹੀ ਜਿਹੜਾ ਉਹ ਮੁਸੀਬਤਾਂ ਦਾ ਦੌਰ ਇੱਕ ਇਸ ਸਮੇਂ ਦੇ ਵਿੱਚ ਫਿਰ ਚੱਲਦਾ ਹੈ। ਤੁਸੀਂ ਪੰਜਾਬੀ ਯੂਨੀਵਰਸਿਟੀ ਦਾ ਜ਼ਿਕਰ ਕੀਤਾ, ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਉੱਥੋਂ ਬੰਦਾ ਜਦੋਂ ਜਾਂਦਾ ਤਾਂ ਬਹੁਤ ਕੁਝ ਸਿੱਖਦਾ ਹੈਗਾ। ਉਹ ਜ਼ਿੰਦਗੀ ਕਿਸ ਤਰੀਕੇ ਦੀ ਸੀ ਤੁਹਾਡੀ ਜਿਹੜੀ ਪੰਜਾਬੀ ਯੂਨੀਵਰਸਿਟੀ 'ਚ ਬੀਤੀ ਹੈਗੀ? ਬਹੁਤ ਵਧੀਆ ਜੀ। ਪੰਜਾਬੀ ਯੂਨੀਵਰਸਿਟੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ, ਜੇ ਸਾਰੇ ਪੰਜਾਬ ਦਾ ਅਸੀਂ ਦੇਖਣਾ ਹੋਵੇ ਕਿ ਪੰਜਾਬ ਕੀ ਹੈ, ਉਹ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦੇਖ ਸਕਦੇ ਹਾਂ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਖਾਸ ਤੌਰ 'ਤੇ ਪੇਂਡੂ ਖੇਤਰ ਦੇ ਵਿੱਚੋਂ, ਪੰਜਾਬ ਦੇ ਅੱਡ ਅੱਡ ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ ਵੀ ਜਿਹੜੇ ਸਟੂਡੈਂਟ ਹੈ ਉਹ ਪਹੁੰਚਦੇ ਨੇ, ਅੱਡ ਅੱਡ ਜ਼ਿਲ੍ਹਿਆਂ ਦੇ ਵਿੱਚੋਂ। ਸੋ ਇਹ ਆਪਣੀਆਂ ਜੜ੍ਹਾਂ ਦੇ ਨਾਲ ਜੁੜ ਕੇ ਰਹਿਣ ਲਈ, ਆਪਣੀਆਂ ਜੜ੍ਹਾਂ ਦੇ ਨਾਲ ਜੁੜ ਕੇ ਆਪਣੀ ਐਜੂਕੇਸ਼ਨ ਹਾਸਲ ਕਰਨ ਦੇ ਲਈ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਉਹ ਬੈਸਟ ਪਲੇਸ ਹੈ। ਜੇ ਅਸੀਂ ਕਿਉਂਕਿ ਵਕਾਲਤ ਦਾ ਜ਼ਿਕਰ ਕਰਦੇ ਹਾਂ, ਵਕਾਲਤ ਦੇ ਨਾਲ ਨਾਲ ਬੰਦਾ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੰਦਾ ਹੁੰਦਾ, ਕਿਉਂਕਿ ਇਸ਼ੂ ਐਡਰੈਸ ਕਰਦਾ ਨਾ। ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਵਿਚਰਦੇ ਹਾਂ ਤਾਂ ਬੰਦੇ ਨੂੰ ਇੱਕ ਜ਼ਿੰਦਗੀ ਦਾ ਪਤਾ ਲੱਗਦਾ ਵੀ ਇਹ ਵੀ ਜ਼ਿੰਦਗੀ ਹੈਗੀ ਪੜ੍ਹਾਈ ਦੇ ਨਾਲ ਨਾਲ। ਕਿ ਉਸੇ ਸਫ਼ਰ ਦੇ ਦੌਰਾਨ ਸ਼ੁਰੂ ਹੋ ਗਿਆ ਸੀ ਕੰਮ ਵੀ ਅਸੀਂ ਰਿਸਰਚ ਕਰਨੀ ਆ, ਲੋਕਾਂ ਦੇ ਮਸਲੇ ਦੇਖਣੇ ਨੇ, ਜਾਂ ਉੱਥੇ ਵਿਦਿਆਰਥੀ ਪੋਲੀਟਿਕਸ ਜਿਹੜੀ ਸੀ ਉਹਦੇ ਵਿੱਚ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ ਸੀ ਤੁਸੀਂ? ਦੇਖੋ, ਵਿਦਿਆਰਥੀ ਮਸਲਿਆਂ ਦੇ ਉੱਪਰ ਤਾਂ ਮੈਂ ਜਿਹੜਾ ਕਰੀਬ ਆਪਣੇ ਕਾਲਜ ਸਮੇਂ ਤੋਂ ਹੀ ਜਿਹੜਾ ਅਸੀਂ ਸੰਘਰਸ਼ ਲੜਦੇ ਰਹੇ ਹਾਂ। ਖਾਲਸਾ ਕਾਲਜ ਅਨੰਦਪੁਰ ਸਾਹਿਬ ਤੋਂ, ਉੱਥੇ ਵੀ ਅਸੀਂ ਵਿਦਿਆਰਥੀ ਯੂਨੀਅਨ ਜਿਹੜੀ ਬਣਾਈ ਹੋਈ ਸੀਗੀ। ਅਤੇ ਜੋ ਵੀ ਸਾਡੇ ਉਸ ਵੇਲੇ ਵਿਦਿਆਰਥੀਆਂ ਦੇ ਮਸਲੇ ਸੀਗੇ, ਚਾਹੇ ਫੀਸਾਂ ਨੂੰ ਲੈ ਕੇ, ਚਾਹੇ ਟਰਾਂਸਪੋਰਟੇਸ਼ਨ ਨੂੰ ਲੈ ਕੇ, ਬੱਸਾਂ ਨੂੰ ਲੈ ਕੇ, ਬੱਸ ਪਾਸਿਸ ਨੂੰ ਲੈ ਕੇ, ਬੱਸਾਂ ਦੇ ਕਾਲਜ ਅੱਗੇ ਜਾ ਕੇ ਹੋਰ ਸਟੇਸ਼ਨਾਂ 'ਤੇ ਰੁਕਣ ਨੂੰ ਲੈ ਕੇ, ਸੋ ਉਹਨਾਂ ਸਾਰੇ ਮਸਲਿਆਂ ਦੇ ਉੱਪਰ ਬੜੇ ਡਿਸਿਪਲਨਡ ਔਰ ਬੜੇ ਤਿੱਖੇ ਸੰਘਰਸ਼ ਜਿਹੜੇ ਹੈ ਉਹ ਕਾਲਜ ਸਮੇਂ ਤੋਂ ਹੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੀਂ ਸਾਰੇ ਮਿਲ ਕੇ ਸਾਥੀਆਂ ਦੇ ਨਾਲ ਲੜਦੇ ਰਹੇ ਹਾਂ। ਅਤੇ ਲੜ ਕੇ ਉਹਦੇ 'ਚ ਆਊਟਪੁੱਟ ਜਿਹੜੀ ਹੈ ਉਹ ਸਾਡੇ ਵਿਦਿਆਰਥੀਆਂ ਲਈ ਵੀ ਨਿਕਲਦੀ ਰਹੀ ਹੈ। ਸੋ ਇਹ ਦੌਰ ਤਾਂ ਉਸੇ ਸਮੇਂ ਤੋਂ ਸ਼ੁਰੂ ਹੋ ਗਿਆ ਸੀ। ਜਾਣੀ ਕਿ ਉਹ ਫਿਰ ਦੌਰ ਚੱਲਦਾ ਪੰਜਾਬੀ ਯੂਨੀਵਰਸਿਟੀ ਤੱਕ ਵੀ ਪਹੁੰਚਿਆ ਤੁਹਾਡਾ? ਜੀ ਬਿਲਕੁਲ। ਜੋ ਮੈਂ ਇਹ ਗੱਲ ਕਹਿ ਸਕਦਾ ਕਿ ਜਿਹੜੀ ਇੱਕ ਜਿਹੜਾ ਪੋਟੈਂਸ਼ੀਅਲ ਕਿਸੇ ਦੀ ਜ਼ਿੰਦਗੀ 'ਚ ਬਣਦਾ ਹੁੰਦਾ, ਜਿਹੜੀ ਤਾਕਤ ਹੁੰਦੀ ਹੈ, ਉਹ ਜਿਹੜੀ ਤਾਕਤ ਹੈ ਉਹ ਉਸੇ ਅਸਲੀ ਸਟੂਡੈਂਟ ਯੂਨੀਅਨ ਦੀ ਤਾਕਤ ਹੈ, ਉਹ ਵਿਦਿਆਰਥੀ ਯੂਨੀਅਨ ਦੀ ਤਾਕਤ ਹੈ, ਜਿੱਥੇ ਕੰਮ ਦੀ ਖਾਤਰ, ਜਿੱਥੇ ਸਹੀ ਮੁੱਦਿਆਂ ਦੀ ਖਾਤਰ ਤੁਹਾਡੇ ਨਾਲ ਹਜ਼ਾਰਾਂ ਵਿਦਿਆਰਥੀ ਖੜ੍ਹੇ ਹੋਣ ਅਤੇ ਤੁਸੀਂ ਮਿਲ ਕੇ ਕੋਈ ਵਿਦਿਆਰਥੀਆਂ ਦੇ ਲਈ ਕੋਈ ਸੰਘਰਸ਼ ਲੜਦੇ ਹੈ, ਜਿੱਤਦੇ ਹੈ, ਉਹ ਜਿਹੜੀ ਤਾਕਤ ਹੈ ਉਹ ਬਹੁਤ ਲੰਬੇ ਸਮੇਂ ਤੱਕ ਫਿਰ ਆਪਣੀ ਤਾਕਤ ਦਿਖਾਉਂਦੀ ਹੈ, ਆਪਣਾ ਅਸਰ ਦਿਖਾਉਂਦੀ ਹੈ। ਵੈਸੇ ਪੰਜਾਬੀ ਯੂਨੀਵਰਸਿਟੀ ਕਿਹੜੇ ਸਾਲ ਦੇ ਵਿੱਚ ਸੀਗੇ ਤੁਸੀਂ ਉਸ ਵੇਲੇ? ਕੋਈ ਇੱਦਾਂ ਦੀ ਮੂਵਮੈਂਟ ਯਾਦ ਹੋਵੇ ਜਿਹੜੀ
ਲੱਗੇ ਵੀ ਇਸ ਮੂਵਮੈਂਟ ਦੇ ਨਾਲ ਵੀ ਕਾਫੀ ਵੱਡਾ ਇੱਕ ਚੇਂਜ ਓਵਰ ਨਹੀਂ ਕਹਿੰਦੇ ਹੁੰਦੇ ਕਿ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਆਉਂਦਾ ਬੰਦੇ ਦੇ? ਪੰਜਾਬੀ ਯੂਨੀਵਰਸਿਟੀ 'ਚ ਮੈਂ ਤਾਂ 2006 ਤੋਂ ਲੈ ਕੇ 2009 ਤੱਕ ਸੀਗਾ। ਪਰ ਜਿਹੜੀ ਪੰਜਾਬੀ ਯੂਨੀਵਰਸਿਟੀ 'ਚ ਜਿਹੜੀ ਵੱਡੀ ਮੂਵਮੈਂਟ ਚੱਲੀ, ਉਹ ਸਾਡੇ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਚੱਲੀ। ਇੱਕ ਤਾਂ ਫੀਸਾਂ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਅੰਦੋਲਨ ਹੈ ਉਹ ਖੜਾ ਹੋਇਆ ਸੀਗਾ, ਤੇ ਉਸ ਵੇਲੇ ਮੈਂ ਯੂਨੀਵਰਸਿਟੀ 'ਚ ਨਹੀਂ ਸੀਗਾ, ਉਸ ਵੇਲੇ ਮੈਂ ਕਾਲਜ ਸੀਗਾ। ਅਸੀਂ ਕਾਲਜ ਤੋਂ ਉਸ ਅੰਦੋਲਨ ਨੂੰ ਜਿਹੜਾ ਸਪੋਰਟ ਕੀਤਾ ਸੀਗਾ, ਕਾਲਜ ਦੀ ਆਪਣੀ ਯੂਨੀਅਨ ਵੱਲੋਂ ਉਸ ਅੰਦੋਲਨ ਨੂੰ ਪੂਰੀ ਤਰ੍ਹਾਂ, ਕਿਉਂਕਿ ਸਾਨੂੰ ਇਹ ਲੱਗਿਆ ਕਿ ਸਾਡੇ ਜਿਹੜੇ ਸਾਡੀਆਂ ਪੂਰੇ ਪੰਜਾਬ ਦੀਆਂ ਫੀਸਾਂ ਲਈ ਜੇਕਰ ਕੋਈ ਵਿਦਿਆਰਥੀ ਯੂਨੀਵਰਸਿਟੀ ਲੜ ਰਹੇ ਨੇ, ਸਾਡਾ ਉਹਨਾਂ ਨੂੰ ਸਪੋਰਟ ਕਰਨਾ ਜ਼ਿੰਮੇਵਾਰੀ ਕਿਉਂਕਿ ਬਣਦੀ ਹੈ। ਉਸ ਵੇਲੇ ਇਹ ਸੀਗਾ ਨਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਮੱਧਮ ਵਰਗ ਦੇ ਪਰਿਵਾਰ ਜਿਹੜੇ ਆਣ ਕੇ ਸਿੱਖਿਆ ਹਾਸਲ ਕਰਨ ਜਾਂਦੇ ਸੀਗੇ, ਤਾਂ ਉੱਥੇ ਇੱਕਦਮ ਹਾਈਕ ਹੋਈ ਸੀਗੀ, ਤਾਂ ਉਹ ਲੋਕੀ ਚਾਹੁੰਦੇ ਸੀਗੇ ਵੀ ਇਹ ਘੱਟ ਕੀਤੀ ਜਾਵੇ। ਉਹ ਜਿਹੜਾ ਅੰਦੋਲਨ ਹੈ ਉਹਨੂੰ ਅਸੀਂ ਆਪਣੇ ਕਾਲਜ ਦੇ ਵਿੱਚ ਰਹਿੰਦੇ ਹੋਏ ਸਪੋਰਟ ਕੀਤਾ ਸੀਗਾ। ਬਾਕੀ ਜਦੋਂ ਆਪ ਅਸੀਂ ਯੂਨੀਵਰਸਿਟੀ ਦੇ ਵਿੱਚ ਗਏ, ਤਾਂ ਉਸ ਸਮੇਂ ਉੱਥੋਂ ਦੀਆਂ ਜਿੰਨੀਆਂ ਵੀ ਆਪਣੀਆਂ ਵਿਦਿਆਰਥੀਆਂ ਦੀਆਂ ਛੋਟੀਆਂ-ਛੋਟੀਆਂ ਲੋੜਾਂ ਸੀਗੀਆਂ, ਹੋਸਟਲ ਦੇ ਵਿੱਚ, ਕੋਈ ਮੈਸ ਦੇ ਵਿੱਚ, ਕੋਈ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ, ਉਹਨਾਂ ਨੂੰ ਲੈ ਕੇ ਅਸੀਂ ਆਪਣੇ ਪਲੇਟਫਾਰਮ ਤੇ ਉਹਨਾਂ ਨੂੰ ਰੇਜ਼ ਕਰਦੇ ਰਹੇ ਹਾਂ, ਉਹਨਾਂ ਨੂੰ ਹੱਲ ਕਰਵਾਉਂਦੇ ਰਹੇ ਹਾਂ। ਉਸ ਤੋਂ ਬਾਅਦ ਫਿਰ ਵਕਾਲਤ ਵਾਲੇ ਪਾਸੇ ਕਿੰਨਾ ਸਮਾਂ ਪ੍ਰੈਕਟਿਸ ਕਰਦੇ ਨੂੰ ਹੋ ਗਏ? ਉਦੋਂ ਤੋਂ ਲੈ ਕੇ ਜੀ 2009 ਤੋਂ ਲੈ ਕੇ ਹੁਣ ਇਲੈਕਸ਼ਨ ਲੜਨ ਤੱਕ ਮੈਂ ਵਕਾਲਤ ਦੇ ਵਿੱਚ ਹੀ ਜਿਹੜਾ ਰਿਹਾ, ਤੇ ਹੁਣ ਵੀ ਮੇਰਾ ਜਿਹੜਾ ਮਨ ਹੈ ਉਹ ਵਕਾਲਤ ਨੂੰ ਕਿਤੇ ਨਾ ਕਿਤੇ ਨਾਲ ਜਾਰੀ ਰੱਖਣ ਦਾ ਹੈ। ਕਿਉਂਕਿ ਜਿਹੜੀ ਜੋ ਵਕਾਲਤ ਨੇ ਦਿੱਤਾ, ਜੋ ਵਕਾਲਤ ਦੇ ਵਿੱਚ ਸਿੱਖਿਆ, ਜਿਹੜਾ ਉਹਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ, ਨਾ ਹੀ ਉਸ ਤੋਂ ਬਿਨਾਂ ਜਿਹੜਾ ਗੁਜ਼ਾਰਾ ਚੱਲ ਸਕਦਾ। ਸੋ ਹੁਣ ਵੀ ਮੈਂ ਇੱਕ ਲਾਅ ਫਰਮ ਵੀ ਬਣਾ ਰਿਹਾ, ਤੇ ਲਾਅ ਫਰਮ ਬਣਾ ਕੇ ਜਿੰਨਾ ਕੁ ਵੀ ਹੋ ਸਕਿਆ ਮੈਂ ਜਿਹੜਾ ਵਕਾਲਤ ਦਾ ਪ੍ਰੋਫੈਸ਼ਨ ਹੈ ਉਹਨੂੰ ਜਾਰੀ ਰੱਖਣਾ ਚਾਹੂੰਗਾ। ਜੇ ਅਸੀਂ ਵਕਾਲਤ ਦੀ ਗੱਲ ਕਰੀਏ, ਇਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਬੰਦਾ ਸਿੱਖਦਾ ਹੈਗਾ। ਫਿਰ ਤੁਹਾਡੇ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਵੀ ਦੌਰ ਆਇਆ ਕਿ ਜ਼ਿਆਦਾ ਤੋਂ ਜ਼ਿਆਦਾ ਆਰਟੀਆਈਆਂ ਪਾਉਣੀਆਂ ਉਹ ਸ਼ੁਰੂ ਕੀਤੀਆਂ? ਮੈਨੂੰ ਲੱਗਦਾ ਕਿ ਉਦੋਂ ਵੀ ਸਾਡੀ ਮੁਲਾਕਾਤ ਵੀ ਹੁੰਦੀ ਰਹੀ ਤੁਹਾਡੇ ਨਾਲ, ਤੁਸੀਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੱਢ ਕੇ ਲਿਆਉਂਦੇ ਰਹੇ ਆ। ਇਹ ਚਿਣਗ ਕਿੱਥੋਂ ਲੱਗੀ ਵੀ ਆਰਟੀਆਈ ਜਿਹੜੀਆਂ ਇਹ ਪਾਉਣੀਆਂ ਸ਼ੁਰੂ ਕਰੀਏ, ਵੀ ਇਹ ਤੋਂ ਇਨਫੋਰਮੇਸ਼ਨ ਮਿਲਦੀ ਹੈ, ਲੋਕਾਂ ਦੇ ਮਸਲਿਆਂ ਦੀ ਗੱਲ ਹੁੰਦੀ ਹੈ? ਇਹ ਜਿਹੜਾ ਐਕਟਿਵਿਜ਼ਮ ਹੈ ਜੀ, ਇਨਫੋਰਮੇਸ਼ਨ ਐਕਟਿਵਿਜ਼ਮ, ਇਹਦੇ 'ਤੇ ਮੈਂ ਕੰਮ ਕਰਨਾ ਆਪਣੀ ਕਾਨੂੰਨ ਦੀ ਪੜ੍ਹਾਈ ਦੇ ਦੌਰਾਨ ਹੀ ਸ਼ੁਰੂ ਕਰ ਦਿੱਤਾ ਸੀਗਾ। ਉਸ ਦੌਰਾਨ ਹੀ ਜਦੋਂ ਫਾਈਨਲ ਈਅਰ ਦੇ ਵਿੱਚ, ਉੱਥੋਂ ਹੀ ਸਾਡੀ ਇੱਕ ਟੀਮ ਨੇ ਇਹ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ, ਜਿਹੜਾ ਕਿ ਉੱਥੋਂ ਫਿਰ ਯੂਨੀਵਰਸਿਟੀ ਤੋਂ ਬਾਹਰ ਆ ਕੇ ਵੀ ਜਾਰੀ ਰਿਹਾ ਅੱਡ-ਅੱਡ ਮਸਲਿਆਂ ਦੇ ਉੱਪਰ। ਕਿਉਂਕਿ ਕੋਈ ਚੀਜ਼ਾਂ ਹੁੰਦੀਆਂ, ਕੋਈ ਉਹ ਅਖਬਾਰਾਂ ਦੀਆਂ ਸਟੇਟਮੈਂਟਸ ਬਣ ਕੇ ਰਹਿ ਜਾਂਦੀਆਂ ਜਦੋਂ ਤੱਕ ਉਹਦੇ ਜਿਹੜੇ ਤੱਥ ਹੈ ਉਹ ਸਾਹਮਣੇ ਨਾ ਆਉਣ। ਸੋ ਤੱਥ ਸਾਹਮਣੇ ਲੈ ਕੇ ਆਉਣ ਦਾ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ, ਉਹ ਬਹੁਤ ਵਧੀਆ ਜ਼ਰੀਆ ਜਿਹੜਾ ਉਹ ਲੋਕਾਂ ਦੇ ਕੋਲ ਹੈਗਾ। ਸੋ ਜਿੱਥੇ ਇੱਕ ਪਾਸੇ ਆਰਟੀਏ ਐਕਟ ਦੇ ਤਹਿਤ ਜਿਹੜੀਆਂ ਪਬਲਿਕ ਇੰਟਰਸਟ ਦੇ ਵਿੱਚ ਇਨਫੋਰਮੇਸ਼ਨਸ ਕੱਢ ਕੇ ਬਾਹਰ ਲੈ ਕੇ ਆਉਂਦੀਆਂ, ਉੱਥੇ ਹੀ ਮੈਂ ਸੈਂਕੜੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਸ ਐਕਟ ਬਾਰੇ ਜਾਗਰੂਕ ਕਰਨ ਦੇ ਲਈ ਕੈਂਪ ਵੀ ਲਾਏ, ਤਾਂ ਕਿ ਹੋਰ ਲੋਕ ਵੀ ਜਿਹੜੀ ਆ ਉਹ ਇਸ ਪਾਰਦਰਸ਼ਤਾ ਦਾ ਫਾਇਦਾ ਉਠਾ ਸਕਣ। ਉੱਥੇ ਹੀ ਜਿਹੜੇ ਫਿਰ ਉਹਨਾਂ ਤੱਥਾਂ ਨੂੰ ਅੱਗੇ ਲਿਜਾ ਕੇ, ਜਿੱਥੇ ਕੋਈ ਸੁਧਾਰ ਦੀ ਲੋੜ ਸੀ, ਜਿੱਥੇ ਕਾਰਵਾਈ ਦੀ ਲੋੜ ਸੀ, ਉਹਨਾਂ ਨੂੰ ਜਨਹਿਤ ਯਾਚਕਾ ਦੇ ਰੂਪ ਦੇ ਵਿੱਚ ਮੈਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਈਵਨ ਕਿ ਮਾਣਯੋਗ ਸੁਪਰੀਮ ਕੋਰਟ ਤੱਕ ਵੀ ਲੈ ਕੇ ਗਿਆ। ਉਹਦੇ ਵਿੱਚ ਜਿਹੜੇ ਕਾਫੀ ਸਾਰੇ ਖੇਤਰਾਂ ਦੇ ਵਿੱਚ ਜਿਹੜੇ ਬੈਨੀਫਿਟ ਹੈ ਉਹ ਵੀ ਲੋਕਾਂ ਦੇ ਪੱਲੇ ਪਏ। ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਸ ਸਫ਼ਰ ਦੇ ਦੌਰਾਨ ਅਕਸਰ ਇਹ ਹੁੰਦਾ ਕਿ ਬਹੁਤ ਸਾਰੇ ਸਾਥੀ ਵੀ ਬਣਦੇ ਨੇ, ਬਹੁਤ ਸਾਰੇ ਦੁਸ਼ਮਣ ਵੀ ਬਣਦੇ ਨੇ। ਜੇ ਅਸੀਂ ਸਾਥੀਆਂ ਦੀ ਗੱਲ ਕਰੀਏ, ਕਿਹੜੇ ਨਾਮ ਯਾਦ ਨੇ ਜਿਹੜੇ ਹਮੇਸ਼ਾ ਨਾਲ ਖੜੇ ਰਹੇ ਨੇ, ਜਾਂ ਤੁਸੀਂ ਉੱਚੇ ਤੌਰ 'ਤੇ ਉਹਨਾਂ ਦਾ ਜ਼ਿਕਰ ਕਰਨਾ ਚਾਹੋ ਵੀ ਇਹ ਬੰਦਿਆਂ ਨੇ ਬਹੁਤ ਸਾਥ ਦਿੱਤਾ ਇਸ ਸਮੇਂ ਦੌਰਾਨ? ਦੇਖੋ, ਪਹਿਲੀ ਗੱਲ ਤਾਂ ਸਾਥੀ ਵੀ ਬਣਦੇ ਨੇ ਤੇ ਦੁਸ਼ਮਣ ਵੀ ਬਣਦੇ ਨੇ। ਕਿਤੇ ਨਾ ਕਿਤੇ ਜਿਹੜੀ ਇੱਕ ਦੌਰ ਐਸਾ ਆ ਜਾਂਦਾ ਕਿ ਦੁਸ਼ਮਣਾਂ ਦੀ ਲਿਸਟ ਜਿਹੜੀ ਜ਼ਿਆਦਾ ਲੰਬੀ ਹੋ ਜਾਂਦੀ ਹੈ, ਕਿਉਂਕਿ ਤੁਸੀਂ ਜੋ ਵੀ ਕਿਸੇ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਦੇ ਨਾਲ ਫਿਰ ਬਹੁਤ ਸਾਰਾ ਸਿਸਟਮ ਹਿਲਦਾ, ਜਿਹਦੇ ਨਾਲ ਦੁਸ਼ਮਣਾਂ ਦੀ ਲਿਸਟ ਕਾਫੀ ਲੰਬੀ ਹੋ ਜਾਂਦੀ ਹੈ। ਪਰ ਪਰਮਾਤਮਾ ਦੀ, ਵਾਹਿਗੁਰੂ ਦੀ ਕਿਰਪਾ ਰਹੀ ਵੀ ਜਿਹੜੀ ਸਾਥੀਆਂ ਦੀ ਲਿਸਟ ਹੈ ਉਹ ਵੀ ਕਿਤੇ ਥੋੜ੍ਹੀ ਨਹੀਂ ਹੈਗੀ। ਹੁਣ ਮੈਂ ਕੋਈ ਲਿਮਟਿਡ ਨਾਮ ਲੈ ਕੇ ਬਾਕੀਆਂ ਨੂੰ ਨਾਰਾਜ਼ ਤਾਂ ਨਹੀਂ ਕਰਨਾ, ਕਿਉਂਕਿ ਲਿਸਟ ਬੜੀ ਲੰਬੀ ਹੈ। ਇਹ ਜਿਹੜੀ ਲੜਾਈ ਹੈ ਉਹ ਸਾਥੀਆਂ ਤੋਂ ਬਿਨਾਂ ਤਾਂ ਲੜੀ ਨਹੀਂ ਜਾ ਸਕਦੀ। ਇਹ ਸਾਥੀਆਂ ਤੋਂ ਬਿਨਾਂ ਲੜਾਈ ਸੰਭਵ ਨਹੀਂ ਹੈ ਲੜਨੀ। ਸੋ ਸਾਥੀਆਂ ਦੀ ਬੜੀ ਵੱਡੀ ਲਿਸਟ ਹੈ, ਜਿਹੜੇ ਕਿ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਅਹੁਦੇ ਦੇ ਲਾਲਚ ਤੋਂ, ਬਿਨਾਂ ਕਿਸੇ ਪੈਸੇ ਦੇ ਲਾਲਚ ਤੋਂ, ਬਿਨਾਂ ਕਿਸੇ ਬਿਜ਼ਨਸ ਦੇ ਲਾਲਚ ਤੋਂ, ਜਾਂ ਕਿਸੇ ਵੀ ਮਫਾਦ ਤੋਂ ਜਿਹੜੇ ਨਾਲ ਹੀ ਨਾਲ ਖੜੇ ਔਰ ਅੱਜ ਤੱਕ ਵੀ ਖੜੇ ਹੈ। ਤੇ ਉਹਨਾਂ ਦੀ ਉਹ ਤਾਕਤ ਹੈ ਜਿਹਦੇ ਕਰਕੇ ਕਿਸੇ ਵੀ ਲੜਾਈ ਤੋਂ ਕਦੇ ਡਰੇ ਨਹੀਂ। ਚਾਹੇ ਉਹਨਾਂ ਵੇਲਿਆਂ ਦੇ ਮੁੱਖ ਮੰਤਰੀਆਂ ਨਾਲ ਪੰਗਾ ਲੈਣਾ ਪੈ ਜੇ, ਚਾਹੇ ਮੰਤਰੀਆਂ ਨਾਲ, ਚਾਹੇ ਕੋਈ ਕਿਸੇ ਮਾਫੀਆ ਨਾਲ ਲੈਣਾ ਪੈ ਜੇ, ਉਹ ਸਾਥੀਆਂ ਦੀ ਤਾਕਤ ਜਿਹੜੀ ਹੈਗੀ ਹੈ, ਜਿਹਦੇ ਕਰਕੇ ਕਦੇ ਕਿਸੇ ਪੰਗਾ ਲੈਣ ਤੋਂ ਪੈਰ ਪਿੱਛੇ ਨਹੀਂ ਖਿੱਚਿਆ। ਜਦੋਂ ਇਹ ਕੰਮ ਸ਼ੁਰੂ ਕੀਤਾ ਸੀਗਾ, ਫਿਰ ਧਮਕੀਆਂ ਵੀ ਆਉਣੀਆਂ ਸ਼ੁਰੂ ਹੁੰਦੀਆਂ ਨੇ ਬੰਦੇ ਨੂੰ, ਸਾਰਾ ਕੁਝ ਹੁੰਦਾ ਉਸ ਵੇਲੇ? ਬਿਲਕੁਲ ਜੀ, ਫਿਰ ਤਾਂ ਹਰ ਦਿਨ ਧਮਕੀ ਵਰਗਾ ਹੋ ਜਾਂਦਾ ਜੀ। ਧਮਕੀਆਂ ਛੱਡੋ, ਤੁਹਾਡੇ ਖਿਲਾਫ ਜਿਹੜਾ ਫਿਰ ਜਿਹੜੇ ਉਸ ਵੇਲੇ ਦੇ ਪੋਲੀਟੀਕਲੀ
ਮੋਟੀਵੇਟਡ ਮਾਫੀਆਜ਼ ਹੈ, ਉਹ ਤੁਹਾਡੇ ਖਿਲਾਫ ਹਰ ਤਰ੍ਹਾਂ ਦੀ ਸਾਜ਼ਿਸ਼ ਕਰਦੇ ਹੈ, ਤੁਹਾਡੇ ਖਿਲਾਫ ਹਰ ਤਰ੍ਹਾਂ ਦੀ ਕਨਸਪੀਰੇਸੀ ਕਰਦੇ ਹੈ। ਔਰ ਤੁਹਾਨੂੰ ਪਤਾ ਕਿ ਉਸ ਵੇਲੇ ਪੰਜਾਬ ਦਾ ਉਹਨਾਂ ਦਿਨਾਂ ਵਿੱਚ ਮਾਹੌਲ ਕੀ ਸੀਗਾ। ਗੁੰਡਾ ਟੈਕਸ ਮਾਫੀਆ, ਗੁੰਡਾ ਟੈਕਸ ਤੇ ਨਾਕੇ, ਇਸ ਪੱਧਰ ਦੀ ਗੁੰਡਾਗਰਦੀ ਜਿਹੜੀ ਉੱਥੇ ਕੋਈ ਬੋਲਣਾ ਸੌਖਾ ਕੰਮ ਨਹੀਂ ਹੁੰਦਾ। ਜੇਕਰ ਗਰਾਊਂਡ ਤੋਂ ਤੁਹਾਨੂੰ ਵਿਸ਼ਵਾਸ ਹੋਵੇ, ਤੁਹਾਡੇ ਨਾਲ ਸਪੋਰਟ ਹੋਵੇ, ਤੁਹਾਡੇ ਸਾਥੀਆਂ ਦੀ, ਤੁਹਾਡੇ ਲੋਕਾਂ ਦੀ, ਤਾਂ ਹੀ ਜਿਹੜੀ ਐਡੀ ਗੱਲ ਹੈ ਉਹ ਕੀਤੀ ਜਾਂਦੀ ਹੈ। ਤੁਹਾਡੇ ਵਾਲੇ ਹਲਕੇ ਦੇ ਵਿੱਚ ਤਾਂ ਮੈਨੂੰ ਲੱਗਦਾ ਇਹ ਵੀ ਹੈ ਕਿ ਉੱਥੇ ਮਾਈਨਿੰਗ ਦਾ ਬੜਾ ਰੌਲਾ ਚੱਲਦਾ ਰਿਹਾ ਜੀ। ਤਾਂ ਉਸ ਵੇਲੇ ਕੋਈ ਆਡਾ ਲੱਗਾ ਸੀਗਾ ਇਦਾਂ ਦੇ ਲੋਕਾਂ ਦੇ ਨਾਲ ਕਿ ਮਾਈਨਿੰਗ ਦੇ ਵਿੱਚ ਉੱਥੇ ਵੱਡੇ ਤੋਂ ਵੱਡਾ ਮਾਫੀਆ ਜਿਹੜਾ ਆਇਆ, ਔਰ ਵੱਡੇ ਤੋਂ ਵੱਡੇ ਮਾਫੀਏ ਨੂੰ ਅਸੀਂ ਲੋਕਾਂ 'ਚ ਐਕਸਪੋਜ਼ ਕੀਤਾ। ਵੱਡੇ ਤੋਂ ਵੱਡੇ ਮਾਫੀਏ ਦੇ ਨਾਲ ਲੜਾਈ ਲੜੀ, ਔਰ ਖੁੱਲ੍ਹ ਕੇ ਲੜਾਈ ਲੜੀ, ਕੋਈ ਲੁਕ ਛਿਪ ਕੇ ਨਹੀਂ ਲੜੀ। ਔਰ ਉਹ ਲੜਾਈ ਜਿਹੜੀ ਹੈ ਅੱਜ ਜੇ ਪੰਜਾਬ ਦੇ ਵਿੱਚ ਮੈਂ MLA ਬਣਿਆ, ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਹੈ, ਸਾਨੂੰ ਇਸ ਚੀਜ਼ ਦਾ ਮਾਣ ਵੀ ਹੈ ਕਿ ਅੱਜ ਜਾ ਕੇ ਰੋਪੜ ਦੇਖ ਲਓ ਵੀ ਕਿਸੇ ਸੜਕ ਦੇ ਉੱਪਰ ਕੋਈ ਗੁੰਡਾ ਟੈਕਸ ਦਾ ਨਾਕਾ ਤੁਹਾਨੂੰ ਨਹੀਂ ਦਿਖਦਾ। ਤੇ ਇਹ ਉਸ ਵੇਲੇ ਜੇ ਅਸੀਂ ਉਹਨਾਂ ਚੀਜ਼ਾਂ ਦੇ ਖਿਲਾਫ ਲੜਾਈ ਲੜੀ ਹੈ ਤਾਂ ਅੱਜ ਉਹ ਚੀਜ਼ਾਂ ਪੰਜਾਬ ਦੇ ਵਿੱਚੋਂ ਖਤਮ ਵੀ ਹੋਈਆਂ। ਇਹ ਵੈਸੇ ਦੋਸਤੀ ਦੀ ਪਰਿਭਾਸ਼ਾ ਤੁਸੀਂ ਕਿਸ ਤਰੀਕੇ ਨਾਲ ਸਮਝਦੇ ਹੋ? ਤੁਹਾਡੇ ਮਤਲਬ ਤੁਹਾਡੇ ਹਿਸਾਬ ਦੇ ਨਾਲ ਦੋਸਤੀ ਕੀ ਹੈਗੀ? ਦੋਸਤੀ ਦੀ ਕੀ ਅਹਿਮੀਅਤ ਹੈਗੀ ਤੁਹਾਡੇ ਹਿਸਾਬ ਨਾਲ? ਦੋਸਤੀ ਦੀ ਪਰਿਭਾਸ਼ਾ ਤਾਂ ਉਹੀ ਹੁੰਦੀ ਹੈ ਜਿਹੜਾ ਵੀ ਕੋਈ ਇਨਸਾਨ ਬਿਨਾਂ ਕਿਸੇ ਮੁਫਾਦ ਤੋਂ ਤੁਹਾਡੇ ਇੱਕ ਤਾਂ ਨਾਲ ਖੜਦਾ ਹੋਵੇ ਤੇ ਦੂਜਾ ਤੁਹਾਨੂੰ ਸਹੀ ਸਲਾਹ ਦਿੰਦਾ ਹੋਵੇ। ਨਾਲ ਖੜਨ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਸਿਰਫ ਹੱਲਾਸ਼ੇਰੀ ਦੇਣੀ, ਕਿਤੇ ਰੋਕਣਾ ਵੀ ਪੈਂਦਾ, ਕਿਤੇ ਜਿਹੜਾ ਉਹ ਧੱਕਣਾ ਵੀ ਪੈਂਦਾ। ਸੋ ਜਿਹੜਾ ਦੋਸਤ, ਜਿਹੜਾ ਬੰਦਾ ਤੁਹਾਡਾ ਸ਼ੁਭ ਚਿੰਤਕ ਹੋਵੇ ਔਰ ਸ਼ੁਭ ਚਿੰਤਕ ਹੋ ਕੇ ਆਪਣੇ ਬੈਸਟ ਐਫਰਟ ਦੇ ਨਾਲ ਤੁਹਾਡੇ ਨਾਲ ਖੜਾ ਹੋਵੇ ਔਰ ਤੁਸੀਂ ਉਹਦੇ ਨਾਲ ਖੜੇ ਹੋ, ਸਿਰਫ ਵਨ ਸਾਈਡਡ ਨਹੀਂ, ਤੁਸੀਂ ਵੀ ਇਸੇ ਤਰੀਕੇ ਨਾਲ ਉਹਦੇ ਨਾਲ ਇਮਾਨਦਾਰੀ ਨਾਲ ਖੜੇ ਹੋ, ਇਹ ਦੋਸਤੀ ਦੀ ਜਿਹੜੀ ਬੈਸਟ ਪਰਿਭਾਸ਼ਾ ਹੈ। ਤੁਹਾਡੇ ਹਿਸਾਬ ਦੇ ਨਾਲ ਇਹ ਜਦੋਂ ਵਕਾਲਤ ਕਰਦੇ ਕਰਦੇ ਫਿਰ ਚੋਣਾਂ ਵਾਲਾ ਸਿਸਟਮ ਕਦੋਂ ਸ਼ੁਰੂ ਹੋਇਆ? ਇੱਧਰਲੇ ਪਾਸੇ ਨੂੰ ਆਉਣ ਦਾ ਮਨ ਕਦੋਂ ਬਣਾਇਆ ਵੀ ਇੱਧਰਲੇ ਪਾਸੇ ਨੂੰ ਵੀ ਜਾਇਆ ਜਾ ਸਕਦਾ? ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਕਾਰਨ ਕੀ ਸੀਗਾ ਤੁਹਾਡਾ? ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਕਾਰਨ ਇਹ ਸੀਗਾ ਜੀ ਕਿ ਉਸ ਵੇਲੇ ਮੈਂ 2015 'ਚ ਆਮ ਆਦਮੀ ਪਾਰਟੀ ਜੁਆਇਨ ਕੀਤੀ। ਉਸ ਵੇਲੇ ਪੋਜੀਸ਼ਨ ਇਹ, ਜਦੋਂ ਅਸੀਂ ਐਕਟਿਵਿਜ਼ਮ ਕਰਕੇ ਦੇਖਿਆ, ਕੋਈ ਧਰਨੇ ਮਾਰ ਕੇ ਦੇਖੇ, ਸੰਘਰਸ਼ ਲੜ ਕੇ ਦੇਖੇ, ਉਦੋਂ ਇਹ ਚੀਜ਼ ਲੱਗੀ ਯਾਰ ਕਿ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਹੈ, ਇਹਨਾਂ ਦਾ ਫਰਕ ਹੀ ਕੋਈ ਨਹੀਂ ਪੈਂਦਾ। ਇਹਨਾਂ ਨੂੰ ਜੋ ਮਰਜ਼ੀ ਅਦਾਲਤਾਂ ਕਹੀ ਜਾਣ, ਜੋ ਮਰਜ਼ੀ ਲੋਕ ਧਰਨੇ ਮਾਰੀ ਜਾਣ, ਇਹ ਤਾਂ ਆਪਣਾ ਢੀਠ ਹੋ ਕੇ ਚੱਲੀਆਂ ਹੋਈਆਂ ਨੇ। ਸੋ ਇਸ ਕਰਕੇ ਇੱਕ ਨਵੀਂ ਧਿਰ ਦੀ ਤਾਂ ਲੋੜ ਹੈਗੀ ਹੈ। ਸੋ ਨਵੀਂ ਧਿਰ ਜੇਕਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਐਡੇ ਵੱਡੇ ਦਾਅਵੇ ਦੇ ਨਾਲ ਔਰ ਐਡਾ ਵੱਡਾ ਮਾਡਲ ਦਿੱਲੀ 'ਚ ਦੇ ਕੇ ਖੜੀ ਕੀਤੀ ਹੈ, ਤਾਂ ਉਸ ਵੇਲੇ ਤਾਂ ਆਪਣੀ ਜ਼ਿੰਮੇਵਾਰੀ ਜੀ ਸਮਝੀ, ਆਪਣਾ ਫਰਜ਼ ਹੀ ਸਮਝਿਆ ਕਿ ਇਸ ਧਿਰ ਦੇ ਨਾਲ ਖੜਨਾ ਚਾਹੀਦਾ। ਤੇ ਉਸ ਵੇਲੇ ਅਨਕੰਡੀਸ਼ਨਲੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਾਰੇ ਦੋਸਤਾਂ ਸਾਥੀਆਂ ਸਮੇਤ ਮੈਂ ਜੁਆਇਨ ਕੀਤੀ, ਤੇ ਇਹੀ ਵੱਡਾ ਕਾਰਨ ਰਿਹਾ ਜੀ। ਜਾਣੀ ਕਿ ਕੋਈ ਰਾਹ ਦਸੇਰਾ ਬਣਿਆ ਸੀਗਾ ਉਸ ਵੇਲੇ? ਕਹਿੰਦੇ ਨਹੀਂ ਹੁੰਦੇ ਕਿ ਆਹ ਬੰਦਾ ਸੀਗਾ, ਇਹ ਕਹਿੰਦਾ ਵੀ ਆ ਜਾ ਚੱਲ ਹੁਣ ਆਪਾਂ ਸਿਆਸਤ ਦੇ ਵਿੱਚ ਚੱਲਦੇ, ਕੋਈ ਇੱਦਾਂ ਦਾ ਰਾਹ ਦਸੇਰਾ ਬਣਿਆ, ਕੋਈ ਮੋਟੀਵੇਸ਼ਨ? ਨਹੀਂ, ਦੇਖੋ ਸਿਆਸਤ ਦੇ ਵਿੱਚ ਤਾਂ ਮੇਰਾ ਇੰਟਰਸਟ ਜਿਹੜਾ ਉਹ ਸ਼ੁਰੂ ਤੋਂ ਹੀ ਰਿਹਾ, ਉਹ ਇਹ ਨਹੀਂ, ਪਰ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਕਾਰਨ ਆਹ ਬਣਿਆ। ਬਾਕੀ ਸਿਆਸਤ ਤੋਂ ਮੈਂ ਪਹਿਲਾਂ ਤੋਂ ਹੀ, ਕਹਿ ਲਓ ਕਿ ਸਕੂਲ ਟਾਈਮ ਤੋਂ ਹੀ ਬਹੁਤੀ ਦੂਰ ਨਹੀਂ ਰਿਹਾ। ਸਿਆਸਤ ਦੇ ਤਾਂ ਪਹਿਲਾਂ ਤੋਂ ਮੈਂ ਨੇੜੇ ਰਿਹਾ, ਕਿਉਂਕਿ ਘਰ ਦੇ ਵਿੱਚ ਵੀ ਸਿਆਸਤ ਸੀਗੀ। ਮੇਰੇ ਫਾਦਰ ਸਾਹਿਬ ਵੀ ਜਿਹੜੇ ਉਹ ਪਿੰਡ ਦੇ ਸਰਪੰਚ ਰਹੇ ਨੇ, ਮੇਰੇ ਦਾਦਾ ਜੀ ਵੀ ਪਿੰਡ ਦੇ ਸਰਪੰਚ ਰਹੇ ਨੇ, ਤੇ ਫਾਦਰ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹੇ ਨੇ। ਸੋ ਸਿਆਸਤ ਦੇ ਤਾਂ ਮੈਂ ਇਰਦ ਗਿਰਦ ਸ਼ੁਰੂ ਤੋਂ ਹੀ ਜਿਹੜਾ ਚੱਲਦਾ ਆਇਆ। ਪਰ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਕਾਰਨ ਮੈਂ ਤੁਹਾਨੂੰ ਦੱਸਿਆ। ਰਾਘਵ ਚੱਡਾ ਦੇ ਨਾਲ ਕੋਈ ਰਿਸ਼ਤੇਦਾਰੀ ਹੈ ਤੁਹਾਡੀ? ਅਕਸਰ ਇੱਕ ਜ਼ਿਕਰ ਚੱਲ ਪੈਂਦਾ, ਕਹਿੰਦੇ ਦਿਨੇਸ਼ ਚੱਡਾ, ਰਾਘਵ ਚੱਡਾ, ਕੋਈ ਨਾ ਕੋਈ ਰਿਸ਼ਤੇਦਾਰੀ ਹੈ ਤੁਹਾਡੀ, ਨੇੜਤਾ ਬੜੀ ਰਹਿੰਦੇ ਕਹਿੰਦੇ। ਦੇਖੋ ਵੈਸੇ ਤਾਂ ਹੁਣ ਸਾਡੀ ਸਭ ਦੀ ਜਿਹੜਾ ਅਸੀਂ ਇੱਕ ਪਲੇਟਫਾਰਮ ਤੇ ਕੰਮ ਕਰਦੇ ਹਾਂ, ਸਾਡੀ ਸਭ ਤੋਂ ਵੱਡੀ ਰਿਸ਼ਤੇਦਾਰੀ ਤਾਂ ਸਾਰਿਆਂ ਦੇ ਨਾਲ ਇੱਕ ਦੂਜੇ ਨਾਲ ਆਮ ਆਦਮੀ ਪਾਰਟੀ ਹੋਊਗੀ। ਆਮ ਆਦਮੀ ਪਾਰਟੀ ਵੀ ਆਪਣੇ ਆਪ 'ਚ ਇੱਕ ਰਿਸ਼ਤਾ ਹੈ। ਉਹ ਜਿਹੜੇ ਅਸੀਂ ਆਮ ਆਦਮੀ ਪਾਰਟੀ ਸਾਰੇ ਕੰਮ ਕਰਦੇ ਹਾਂ ਇਮਾਨਦਾਰੀ ਨਾਲ, ਤੇ ਉਹ ਵੈਸੇ ਤਾਂ ਸਭ ਤੋਂ ਵੱਡਾ ਬੌਂਡ, ਸਭ ਤੋਂ ਵੱਡਾ ਰਿਸ਼ਤਾ ਉਹੀ ਹੋ ਗਿਆ। ਇਹੀ ਰਿਸ਼ਤਾ ਮੈਂ ਕਹਿ ਸਕਦਾ ਜੀ। ਅੱਛਾ, ਤੇ ਤੁਹਾਡੇ ਹਲਕੇ ਦੀ ਹੁਣ ਜੇ ਗੱਲ ਕਰੀਏ, ਇੱਧਰਲੇ ਪਾਸੇ ਕੀ ਲੱਗਦਾ ਜਦੋਂ ਦੇ MLA ਬਣੇ ਹੋ, ਕਿਹੜੀਆਂ ਚੀਜ਼ਾਂ ਇੱਦਾਂ ਦੀਆਂ ਦੇਖੀਆਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋ ਰਹੀਆਂ ਸੀਗੀਆਂ? ਹਲਕੇ ਦਾ ਵਿਕਾਸ ਕਿੱਥੇ ਰੁਕਿਆ ਹੋਇਆ ਸੀ ਤੁਹਾਡੇ ਹਿਸਾਬ ਨਾਲ? ਪਿਛਲੇ ਲੰਬੇ ਸਮੇਂ ਤੋਂ ਤਾਂ ਸਾਨੂੰ ਤਾਂ ਇਹ ਦੇਖ ਕੇ ਸਾਨੂੰ ਲੱਗਦਾ ਨਹੀਂ, ਹੈਰਾਨੀ ਹੁੰਦੀ ਹੈ। ਮੈਂ ਗੱਲ ਫੈਕਚੁਅਲੀ ਕਹਿ ਸਕਦਾ ਤੁਹਾਡੇ ਚੈਨਲ 'ਤੇ, ਤੁਸੀਂ ਜਾ ਕੇ ਦੇਖ ਵੀ ਸਕਦੇ ਆ ਕਿ ਸਾਨੂੰ ਤਾਂ ਹੈਰਾਨੀ ਹੁੰਦੀ ਹੈ, ਪਰ ਪਰੇਸ਼ਾਨੀ ਵੀ ਹੁੰਦੀ ਹੈ ਕਿ ਯਾਰ ਆਹ ਕੰਮ ਮੁਫਤ 'ਚ ਹੋਣ ਵਾਲੇ ਕੰਮ ਇਹਨਾਂ ਲੋਕਾਂ ਨੇ ਕਿਉਂ ਨਹੀਂ ਕੀਤੇ। ਜਿਹੜੇ ਕੰਮ ਲੋਕਾਂ ਦੇ, ਦੇਖੋ ਹਸਪਤਾਲਾਂ ਦੀ ਹਾਲਤ ਜਿਹੜੀ ਹੈ ਉਹ ਕੀ ਸੀਗੀ, ਤੇ ਮੇਰੇ ਨੂਰਪੁਰ ਬੇਦੀ ਬਲਾਕ ਦਾ ਇਕਲੌਤਾ ਹਸਪੀਟਲ ਹੈ ਸਿੰਘਪੁਰ ਦਾ ਹਸਪੀਟਲ, ਉਹ ਅਜੇ ਤੱਕ ਚਿੱਟਾ ਹਾਥੀ ਕਹਿੰਦੇ ਸੀਗੇ, ਪਰਚਿਆਂ ਵਾਲਾ ਹਸਪੀਟਲ ਕਹਿੰਦੇ ਸੀਗੇ। ਅਸੀਂ ਆਉਂਦਿਆਂ ਨੇ ਉਹਦੀ ਹਾਲਤ ਸੁਧਾਰੀ ਹੈ। ਅੱਜ ਉਹ ਹਸਪੀਟਲ ਬੜਾ ਵਧੀਆ ਚੱਲ ਰਿਹਾ। ਜਿਹੜੀਆਂ ਚੀਜ਼ਾਂ ਦੀ ਉੱਥੇ ਉਸ ਹਸਪੀਟਲ ਦੇ ਮੇਰੇ ਖਿਆਲ 25-27 ਸਾਲ ਬਾਅਦ ਤਾਂ ਬੈੱਡ ਚੇਂਜ ਹੋਏ ਹੈ ਜੀ। ਅੱਜ ਤੱਕ ਉਸ ਹਸਪੀਟਲ 'ਚ 150 ਪਿੰਡਾਂ ਦੇ ਹਸਪੀਟਲ ਦੇ ਵਿੱਚ ਡਿਜੀਟਲ ਐਕਸ ਦੀ ਮਸ਼ੀਨ ਨਹੀਂ ਸੀਗੀ, ਉਹ ਅਸੀਂ ਉੱਥੇ ਲੈ ਕੇ ਆਏ ਹਾਂ। ਜਿਹੜੇ ਅੱਡ ਅੱਡ ਤਰ੍ਹਾਂ ਦੇ ਮਾਹਰ ਡਾਕਟਰਾਂ ਦੀਆਂ ਡਿਊਟੀਆਂ ਜਿਹੜੀਆਂ ਉੱਥੇ ਲਾਈਆਂ ਨੇ। ਆਪਰੇਸ਼ਨ ਥੀਏਟਰ ਉਹਦਾ ਕਈ ਸਾਲਾਂ ਤੋਂ ਬੰਦ ਸੀਗਾ ਮਾਈਨਰ ਆਪਰੇਸ਼ਨ ਲਈ, ਉਹਦਾ ਚੱਲਦਾ ਕੀਤਾ।
ਸੋ ਕੁੱਲ ਮਿਲਾ ਕੇ ਹੁਣ ਉਹਨੂੰ ਹਸਪੀਟਲ ਕਹਿਣ ਲੱਗ ਗਏ, ਹੁਣ ਚਿੱਟਾ ਹਾਥੀ ਨਹੀਂ ਕਹਿੰਦੇ। ਤੇ ਜੇ ਅਸੀਂ ਐਜੂਕੇਸ਼ਨ ਦੀ ਗੱਲ ਕਰੀਏ, ਐਜੂਕੇਸ਼ਨ ਦੇ ਵਿੱਚ ਸਾਡੇ 2 ਕਾਲਜ ਨੇ ਮੇਰੇ ਹਲਕੇ ਦੇ ਵਿੱਚ, ਸਰਕਾਰੀ ਕਾਲਜ। ਇੱਕ ਤਾਂ ਗੁਰੂ ਕਾਖੂ ਮੁੰਨੇ ਲੜਕੀਆਂ ਦਾ ਕਾਲਜ ਹੈ ਨੂਰਪੁਰ ਬੇਦੀ ਬਲਾਕ 'ਚ। ਉਹ ਇਹ ਪੇ ਦੇ ਪੁੱਤਾਂ ਨੇ ਹੁਣ ਤੱਕ 2016 ਦਾ ਸਰਕਾਰੀ ਕਰਤਾ ਵਾ ਸੀਗਾ। ਸਰਕਾਰੀ 2016 ਤੋਂ ਲੈ ਕੇ ਹੁਣ ਤੱਕ ਉੱਥੇ ਪ੍ਰਿੰਸੀਪਲ ਦੀ ਪੋਸਟ ਹੀ ਨਹੀਂ ਕ੍ਰੀਏਟ ਕੀਤੀ ਵੀ ਸੀਗੀ। ਤੇ ਪਹਿਲਾਂ ਅਸੀਂ ਪ੍ਰਿੰਸੀਪਲ ਦੀ ਉੱਥੇ ਪੋਸਟ ਕ੍ਰੀਏਟ ਕਰਵਾਈ, ਫਿਰ ਪੋਸਟ 'ਤੇ ਫਿਰ ਪ੍ਰਿੰਸੀਪਲ ਨੂੰ ਵੀ ਲਾਇਆ ਉੱਥੇ। ਤੇ ਇਹਨਾਂ ਨੇ ਉਹਦਾ ਕਾਲਜ ਦਾ ਹੁਣ ਤੱਕ ਜਿਹੜੀਆਂ ਖਾਤਾ ਹੀ ਨਹੀਂ ਖੋਲ੍ਹਿਆ ਵਾ ਸੀਗਾ। ਉਹਦੇ ਕੋਲ ਕੋਈ ਗ੍ਰਾਂਟ ਹੀ ਨਹੀਂ ਆ ਸਕਦੀ ਸੀਗੀ। ਗ੍ਰਾਂਟ ਤਾਂ ਆਉਂਦੀ ਉਹਦਾ ਖਾਤਾ ਖੁੱਲ੍ਹਿਆ ਹੋਵੇ, ਹੁੰਦਾ। ਬਿਲਕੁਲ। ਉਹਦਾ ਅਸੀਂ ਖਾਤਾ ਵੀ ਖੋਲ੍ਹਤਾ ਤੇ ਉਹਦੇ 'ਚ ਇੱਕ ਮੋਟੀ ਗ੍ਰਾਂਟ ਵੀ ਹੁਣ ਆ ਗਈ ਹੈ ਉਹਦਾ, ਜਿਹਦਾ ਉੱਥੇ ਕੰਮ ਹੁਣ ਸ਼ੁਰੂ ਹੋਣ ਲੱਗਿਆ। ਇਸੇ ਤਰ੍ਹਾਂ ਜਿਹੜਾ ਗਵਰਨਮੈਂਟ ਕਾਲਜ ਰੋਪੜ ਹੈ, ਉਹਦੇ ਲਈ ਵੀ ਅਸੀਂ 1 ਕਰੋੜ ਤੋਂ ਜ਼ਿਆਦਾ ਗ੍ਰਾਂਟ ਜਿਹੜੀ ਹੈ ਉਹ ਸਾਡੀ ਪਹਿਲੇ ਸਾਲ ਦੇ ਵਿੱਚ ਹੀ ਆ ਚੁੱਕੀ ਹੈ। ਉਹਦਾ ਵੀ ਟੈਂਡਰ ਹੋ ਗਿਆ, ਉਹਦਾ ਵੀ ਕੰਮ ਸ਼ੁਰੂ ਹੋਣ ਲੱਗਿਆ। ਸਾਡਾ ਇੱਕ ਹੋਰ ਪੋਲੀਟੈਕਨਿਕ ਕਾਲਜ ਹੈ ਰੋਪੜ ਦੇ ਵਿੱਚ। ਉਹ ਦੇਖੋ ਪੰਜਾਬ ਦੇ ਵਿੱਚ ਇੱਕ ਨਵਾਂ ਹੀ ਅਜੂਬਾ ਸੀਗਾ ਵੀ ਉੱਥੋਂ ਉਹ ਪੋਲੀਟੈਕਨਿਕ ਕਾਲਜ ਕਰੀਬ 13-14 ਸਾਲ ਤੋਂ ਬੰਦ ਪਿਆ ਸੀਗਾ, ਕਿਉਂਕਿ ਕਹਿੰਦੇ ਕਿ ਉਹਦੀ ਬਿਲਡਿੰਗ ਦੇ ਵਿੱਚ IIT ਵਾਲੇ ਜਿਹੜੇ ਹੈ ਉਹ ਆਪਣਾ ਕੰਮ ਕਰਨ ਲੱਗ ਗਏ। ਜਦ ਕਿ ਬਿਲਡਿੰਗਾਂ ਦੀ ਸ਼ਹਿਰ 'ਚ ਕੋਈ ਹੋਰ ਕਮੀ ਨਹੀਂ ਸੀਗੀ। ਉਹ 14 ਸਾਲ ਤੋਂ ਉੱਥੋਂ ਦਾ ਸਟਾਫ ਤਨਖਾਹ ਲੈਂਦਾ ਰਿਹਾ, ਪਰ ਕਾਲਜ ਬੰਦ ਸੀਗਾ। ਅਸੀਂ ਆਉਂਦਿਆਂ ਨੇ ਉਹ ਕਾਲਜ ਚੱਲਦਾ ਕੀਤਾ। ਹੁਣ ਸਿਰਫ ਕਾਲਜ ਹੀ ਚੱਲਦਾ ਨਹੀਂ ਕੀਤਾ ਉਹ ਡਿਪਲੋਮੇ ਵਾਲਾ, ਸਗੋਂ ਉਹਨੂੰ ਪਹਿਲਾਂ ਉਹ ਸੀਗਾ ਸਿਰਫ ਲੜਕੀਆਂ ਦਾ, ਹੁਣ ਉਹਨੂੰ ਕੋਐਡ ਕਰਤਾ, ਮੁੰਡਿਆਂ ਦਾ ਵੀ ਕਰਤਾ। ਉੱਥੇ ਪਹਿਲਾਂ 2 ਟ੍ਰੇਡ ਸੀਗੇ, ਹੁਣ ਉੱਥੇ 4 ਟ੍ਰੇਡ ਕਰਤੇ। ਉੱਥੇ ਇੱਕ ਟ੍ਰੇਡ ਹੋਰ ਵਧਾਤਾ, ਉੱਥੇ ਅਸੀਂ ਨਵੇਂ 2 ਟ੍ਰੇਡ ਕੈਮੀਕਲ ਦੇ ਵਿੱਚ ਡਿਪਲੋਮਾ ਤੇ ਫਾਰਮੇਸੀ ਵੀ ਉੱਥੇ ਲਿਆਏ। ਵੈਸੇ ਤੁਹਾਡੇ ਵਾਲਾ ਏਰੀਆ ਮੈਨੂੰ ਲੱਗਦਾ ਕਿ ਟੂਰਿਜ਼ਮ ਤੌਰ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਡਿਵੈਲਪ ਕੀਤਾ ਜਾ ਸਕਦਾ। ਇੱਧਰਲੇ ਪਾਸੇ ਕੋਈ ਸੋਚ ਹੈਗੀ ਤੁਹਾਡੀ? ਬਿਲਕੁਲ ਜੀ, ਜਿਹੜੀ ਵਾਟਰ ਐਂਡ ਐਡਵੈਂਚਰ ਟੂਰਿਜ਼ਮ ਪਾਲਿਸੀ ਜਿਹੜੀ ਮੁੱਖ ਮੰਤਰੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਣਾਈ ਗਈ ਹੈ, ਉਹਦਾ ਜਿਹੜਾ ਮੇਨ ਬੈਨੀਫਿਟ ਹੈ ਉਹ ਸਾਡੇ ਏਰੀਆ ਨੂੰ ਹੋਏਗਾ, ਕਿਉਂਕਿ ਵਾਟਰ ਵੀ ਤੇ ਐਡਵੈਂਚਰ ਵੀ ਇਹ ਸਾਡੇ ਇਲਾਕੇ ਦੇ ਵਿੱਚ ਹੈ। ਸੋ ਆਉਣ ਵਾਲੇ ਸਮੇਂ 'ਚ ਇਸ ਪਾਲਿਸੀ ਦੇ ਮੁਤਾਬਕ ਜਿਹੜਾ ਸਾਡੇ ਇਲਾਕੇ ਦੇ ਵਿੱਚ ਇਹ ਚੀਜ਼ਾਂ ਵਧਣਗੀਆਂ। ਅਸੀਂ ਵੀ ਆਪਣੇ ਵੱਲੋਂ ਬਹੁਤ ਐਫਰਟਸ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਇਨਵੈਸਟਰਸ ਉੱਥੇ ਆਉਣ ਤੇ ਟੂਰਿਜ਼ਮ ਦੇ ਪ੍ਰੋਜੈਕਟ ਜਿਹੜੇ ਉੱਥੇ ਪ੍ਰਮੋਟ ਹੋਣ, ਤੇ ਕੁਛ ਨਾ ਕੁਛ ਹੋਣ ਦੀ ਸ਼ੁਰੂਆਤ ਵੀ ਹੋ ਗਈ ਹੈ। ਜਲਦੀ ਸਾਨੂੰ ਜਿਹੜੇ ਰਿਜ਼ਲਟ ਹੈ ਉਹ ਵੀ ਦਿਖਣੇ ਸ਼ੁਰੂ ਹੋ ਜਾਣਗੇ। ਇਹ ਤੁਹਾਡੀ ਸੀਟ ਦੀ ਜਦੋਂ ਅਸੀਂ ਗੱਲ ਕਰਦੇ, ਸਿਟਿੰਗ MLA ਸੀਗੇ ਇੱਥੇ, ਤੇ ਉਹਨਾਂ ਦੀ ਥਾਂ ਤੁਹਾਨੂੰ ਮੌਕਾ ਮਿਲਿਆ, ਉਸ ਵੇਲੇ ਕਿਹੜੀ ਟਸਲ ਸੀ ਜਾਂ ਕਿਸ ਤਰੀਕੇ ਨਾਲ ਕਿਹੜੀਆਂ ਚੀਜ਼ਾਂ ਦੇਖੀਆਂ ਗਈਆਂ ਕਿ ਪਾਰਟੀ ਨੇ ਤੁਹਾਡੇ ਤੇ ਭਰੋਸਾ ਉਹ ਜਤਾਇਆ? ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਵੀ ਚਲੇ ਜਾਈਏ, ਹੁਣ ਮੈਂ ਹੋਰ ਸਟੇਟਾਂ ਦੇ ਵਿੱਚ ਵੀ ਜਾਂਦਾ, ਤੇ ਉਹ ਟਿਕਟ ਦਾ ਇੱਥੇ ਇੱਕੋ ਹੀ ਕ੍ਰਾਈਟੇਰੀਆ ਰਿਹਾ ਜੀ, ਸਰਵੇ। ਤੇ ਸਰਵੇ ਦੇ ਮੁਤਾਬਕ ਟਿਕਟ ਜਿਹੜੀ ਹੈ ਉਹ ਜਿਹਨੂੰ ਜਿੱਥੇ ਮਿਲਣੀ ਬਣਦੀ ਹੈ ਉਹਨੂੰ ਉੱਥੇ ਮਿਲਦੀ ਹੈ। ਜੀ, ਇਸੇ ਕਰਕੇ ਤੁਹਾਡਾ ਨਾਮ ਆਇਆ ਜਿਹੜੇ ਪਹਿਲਾਂ ਸੀਗੇ। ਬਿਲਕੁਲ। ਜੇ ਅਸੀਂ ਤੁਹਾਡੀ ਉੱਥੇ ਹਲਕੇ ਦੀ ਗੱਲ ਕਰੀਏ, ਵਰਿੰਦਰ ਢਿੱਲੋਂ ਹਮੇਸ਼ਾ ਤੁਹਾਡੀਆਂ ਤਾਰੀਫਾਂ ਕਰਦੇ ਰਹਿੰਦੇ ਨੇ, ਕਿਸੇ ਨਾ ਕਿਸੇ ਤਰੀਕੇ ਆਉਂਦੇ ਰਹਿੰਦੇ ਨੇ, ਮੀਡੀਆ ਦੇ ਵਿੱਚ ਵੀ ਆਉਂਦੇ ਰਹਿੰਦੇ ਨੇ ਕਿ ਆਹ ਕੰਮ ਨਹੀਂ ਹੋ ਰਿਹਾ, ਉਹ ਕੰਮ ਨਹੀਂ ਹੋ ਰਿਹਾ, ਚੱਡਾ ਸਾਹਿਬ ਆਹ ਨਹੀਂ ਕਰਵਾ ਰਹੇ, ਉਹ ਨਹੀਂ ਕਰਵਾ ਰਹੇ। ਇਹ ਕੋਈ ਜ਼ਿਆਦਾ ਪਿਆਰ ਹੈਗਾ ਢਿੱਲੋਂ ਸਾਹਿਬ ਦੇ ਨਾਲ ਤੁਹਾਡਾ? ਨਹੀਂ, ਉਹ ਦੇਖੋ ਮੈਂ ਤਾਂ ਹਮੇਸ਼ਾ ਮੁੱਦੇ ਏਜੰਡੇ ਤੇ ਜਿਹੜੀ ਗੱਲ ਕਰਦਾ, ਅਨਨੈਸੈਸਰੀ ਗੱਲ ਨਾ ਮੈਂ ਕਦੇ ਕਰਦਾ ਹੁੰਦਾ, ਨਾ ਕਿਸੇ ਦੀ ਫਾਲਤੂ ਗੱਲ ਦਾ ਜਵਾਬ ਦੇਈਦਾ। ਕੰਮ ਤੱਕ ਲੋਕਾਂ ਨੇ ਕੰਮ ਕਰਨ ਲਈ ਚੁਣਿਆ, ਤੇ ਮੈਨੂੰ ਜਿਹੜਾ ਸਰਟੀਫਿਕੇਟ ਚਾਹੀਦਾ ਲੋਕਾਂ ਕੋਲੋਂ ਮਿਲ ਗਿਆ। ਜਿਹੜੇ ਭੰਡੀ ਪ੍ਰਚਾਰ ਵਾਲੇ ਹੈ ਉਹ ਬਥੇਰਾ ਜ਼ੋਰ ਲਾ ਕੇ ਦੇਖ ਲਿਆ। ਜੇ ਉਹਨਾਂ ਦੀ ਭੰਡੀ ਪ੍ਰਚਾਰ ਦੀ ਆਨੇ ਦੀ ਵੀ ਕਦਰ ਹੁੰਦੀ, ਫਿਰ ਮੈਂ MLA ਨਾ ਬਣਦਾ। ਇਸ ਕਰਕੇ ਤੁਸੀਂ ਇੱਕ ਦਾ ਨਾਮ ਲੈਂਦੇ ਆ, ਮੈਂ ਕਿਸੇ ਦੀ ਵੀ ਕੋਈ ਫਾਲਤੂ ਗੱਲ ਦਾ ਜਵਾਬ, ਲੋਕ ਬੜਾ ਕੁਝ ਕਰਦੇ ਆ ਜੀ, ਲੋਕ ਬੈਠ ਕੇ ਕੈਮਰੇ ਤੇ ਗਾਲਾਂ ਵੀ ਕੱਢਦੇ ਆ, ਲੋਕ ਕੈਮਰੇ ਤੇ ਬੈਠ ਕੇ ਜੋ ਮੂੰਹਾਂ ਦਾ ਕਰਦੇ ਆ। ਉਸ ਚੀਜ਼ ਨਾਲ ਮੈਂ ਕਹਿੰਦਾ ਵੀ ਸਾਡੀ ਡੈਮੋਕ੍ਰੇਸੀ, ਲੋਕ ਪਬਲਿਕ ਇੰਨੀ ਕੁ ਸਮਝਦਾਰ ਹੈ ਵੀ ਇਹ ਕੋਈ ਕਿਸੇ ਗੁੰਡਾਗਰਦੀ ਦਾ, ਕਿਸੇ ਕੋਈ ਅਨਾਪ ਸ਼ਵਾਬ ਦਾ ਕੋਈ ਬਹੁਤਾ ਜਿਹੜਾ ਅਸਰ ਹੈ ਉਹ ਮੈਂ ਮੰਨਦਾ ਨਹੀਂ ਹੈਗਾ। ਲੋਕ ਹਮੇਸ਼ਾ ਜਵਾਬ ਦਿੰਦੇ ਨੇ, ਲੋਕਾਂ ਨੇ ਪਹਿਲਾਂ ਵੀ ਜਵਾਬ ਦਿੱਤਾ ਤੇ ਲੋਕ ਅੱਗੇ ਨੂੰ ਵੀ ਜਵਾਬ ਦਿੰਦੇ ਰਹਿਣਗੇ। ਤੇ ਜਿਹੜੇ ਬੰਦੇ ਕੰਮ ਕਰਨ ਜੋਗੇ ਹੈ ਨਹੀਂ, ਕੋਈ ਅਲਬਟਾਲੀਆਂ ਮਾਰਨ ਜੋਗੇ ਹੈ, ਉਹ ਉੱਥੋਂ ਤੱਕ ਹੀ ਸੀਮਿਤ ਰਹਿਣਗੇ। ਤੁਹਾਡੇ ਵੈਸੇ 250 ਪਿੰਡ ਪੈਂਦਾ ਤੁਹਾਡੇ ਹਲਕੇ ਦੇ ਵਿੱਚ? ਕਰੀਬ ਹਾਂਜੀ। ਤੇ ਕੀ ਡਿਵੈਲਪਮੈਂਟ ਦੇ ਮਾਡਲ ਚੱਲ ਰਹੇ ਨੇ ਇਸ ਵੇਲੇ? ਕੀ ਵਿਜ਼ਨ ਕੀ ਹੈਗਾ ਤੁਹਾਡਾ ਆਪਣੇ ਹਲਕੇ ਦੇ ਲਈ? ਹਰ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਬਣਾ ਰਹੇ ਹਾਂ ਜੀ, ਹਰ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਆਪਣੇ ਹਲਕੇ ਦੇ ਵਿੱਚ ਬਣਾ ਰਹੇ ਹਾਂ। ਪਹਿਲਾਂ ਇਹਨਾਂ ਦੀ ਇੰਨੀ ਹਿੰਮਤ ਨਹੀਂ ਹੋ ਸਕੀ ਜਿਹੜੇ ਅੱਜ ਬੈਠ ਕੇ ਕੈਮਰਿਆਂ 'ਤੇ ਗੱਲਾਂ ਕਰਦੇ ਆ ਵੀ ਇਹ ਕਿਸੇ ਇੱਕ ਪਿੰਡ 'ਚ ਵੀ ਬਣਾ ਸਕਣ, ਤੇ ਕਿਤੇ ਇੱਕ ਅੱਧਾ ਬਣਾ ਵੀ ਦਿੱਤਾ ਹੋਊਗਾ, ਪਰ ਆਪਾਂ ਹਰ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਬਣਾ ਰਹੇ ਹਾਂ। ਹਰ ਪਿੰਡ ਦੇ ਵਿੱਚ ਅਸੀਂ ਕੂੜੇ ਦੀ ਜਿਹੜੀ ਮੈਨੇਜਮੈਂਟ ਹੈ, ਵੇਸਟ ਮੈਨੇਜਮੈਂਟ, ਉਹਦੇ ਤੇ ਵੀ ਹਰ ਪਿੰਡ ਦੇ ਵਿੱਚ ਕੰਮ ਕਰ ਰਹੇ ਹਾਂ। ਗਰਾਊਂਡ ਸਟੇਡੀਅਮ ਤੁਸੀਂ ਕਹਿ ਰਹੇ ਹੋ, ਜਿਹੜੀ ਕਿ ਗਰਾਊਂਡ ਦੇ ਨਾਲ ਪੂਰਾ ਆਲੇ ਦੁਆਲੇ ਪੌੜੀਆਂ ਯਾਨੀ ਕਿ ਪੂਰਾ ਸਟੇਡੀਅਮ ਬਣੂਗਾ? ਉਹ ਅਵੇਲੇਬਿਲਿਟੀ ਆਫ ਲੈਂਡ ਦੇ ਹਿਸਾਬ ਨਾਲ ਕਿੱਥੇ ਕਿੰਨੀ ਜ਼ਮੀਨ ਜਿਹੜੀ ਉਪਲਬਧ ਹੈ, ਉਹਦੇ ਜਿੱਥੇ ਜ਼ਮੀਨ ਜ਼ਿਆਦਾ ਉਪਲਬਧ ਹੈ ਉੱਥੇ ਸਟੇਡੀਅਮ ਬਣ ਰਿਹਾ, ਪੌੜੀਆਂ ਵੀ ਬਣ ਰਹੀਆਂ ਨੇ। ਜਿੱਥੇ ਕੋਈ ਜ਼ਮੀਨ ਥੋੜੀ ਘੱਟ ਉਪਲਬਧ ਹੈ ਉੱਥੇ ਸਿਰਫ ਗਰਾਊਂਡ ਆਪਾਂ ਬਣਾ ਰਹੇ ਹਾਂ। ਯਾਨੀ ਕਿ ਕੰਮ ਸ਼ੁਰੂ ਕਰ ਦਿੱਤਾ ਇਹ? ਕਾਫੀ ਸਾਰੇ ਪਿੰਡਾਂ 'ਚ ਬਣ ਗਏ ਨੇ ਜੀ। ਹਾਂਜੀ।
ਤੇ ਹੋਰ ਕੀ ਸੋਚ ਰਹੇ ਹੋ ਆਪਣੇ ਹਲਕੇ ਦੇ ਵਿੱਚ? ਤੁਹਾਨੂੰ ਕੀ ਲੱਗਦਾ ਕਿ ਇਹ ਵਾਲੀਆਂ ਚੀਜ਼ਾਂ ਹੋ ਸਕਦੀਆਂ ਨੇ ਤੁਹਾਡੇ ਹਲਕੇ ਦੇ ਵਿੱਚ? ਇੱਕ ਇਕੋ ਟੂਰਿਜ਼ਮ ਦੀ ਗੱਲ ਤਾਂ ਤੁਸੀਂ ਕੀਤੀ ਹੈ, ਉਹਦੀ ਬਹੁਤ ਜ਼ਿਆਦਾ ਪੋਸੀਬਿਲਿਟੀ ਹੈ। ਬਾਕੀ ਬਹੁਤ ਜਗ੍ਹਾ ਤੇ ਸੜਕਾਂ ਦੀ ਲੋੜ ਹੈ, ਪੁਲਾਂ ਦੀ ਲੋੜ ਹੈ। ਜਿੱਥੇ ਉਸ ਪਾਸੇ ਵੱਲ ਵੀ ਅਸੀਂ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਜਿਹੜੀਆਂ ਵਿੱਦਿਅਕ ਸੰਸਥਾਵਾਂ ਹੈ, ਵਿੱਦਿਅਕ ਸੰਸਥਾਵਾਂ ਨੂੰ ਵੀ ਹੋਰ ਡਿਵੈਲਪ ਕਰਨ ਦੀ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਦੇ ਹਾਣ ਦੀਆਂ ਕਰਨ ਦੀ ਸਾਡੀ ਪੂਰੀ ਕੋਸ਼ਿਸ਼ ਹੈ। ਜਿਹੜੀਆਂ ਸਿਹਤ ਸੰਸਥਾਵਾਂ ਸਾਡੀਆਂ ਮੁਹੱਲਾ ਕਲੀਨਿਕ ਵੀ ਅਸੀਂ ਖੋਲ੍ਹ ਦਿੱਤੇ ਨੇ, ਪਰ ਸਿਹਤ ਸੰਸਥਾਵਾਂ ਦੇ ਵਿੱਚ ਹਾਲੇ ਹੋਰ ਵੱਡੀ ਪੱਧਰ 'ਤੇ ਸੁਧਾਰ ਦੀ ਲੋੜ ਹੈ। ਚਾਹੇ ਉਹ ਡਿਸਟ੍ਰਿਕਟ ਹਸਪੀਟਲ ਦੀ ਹੋਵੇ, ਚਾਹੇ ਜਿਹੜਾ ਸਾਡਾ CHC ਹੈ ਉਹਦੇ ਵਿੱਚ ਵੀ ਹੋਰ ਸੁਧਾਰ ਕਰਨੇ ਨੇ। ਉਹ ਸਿਹਤ ਮੰਤਰੀ ਸਾਹਿਬ ਨਾਲ ਸਮੇਂ-ਸਮੇਂ 'ਤੇ ਗੱਲ ਹੁੰਦੀ ਰਹਿੰਦੀ ਹੈ। ਸਾਨੂੰ ਉਹਨਾਂ ਨੇ ਭਰੋਸਾ ਦਿੱਤਾ ਕਿ ਜਿਹੜੇ ਤੁਹਾਡੇ ਜ਼ਿਲ੍ਹਾ ਪੱਧਰੀ ਹਸਪੀਟਲ ਹੈ ਉਹਨਾਂ ਨੂੰ ਵਧੀਆ ਪ੍ਰਾਈਵੇਟ ਨਾਲੋਂ ਵਧੀਆ ਬਣਾਵਾਂਗੇ, ਕਾਰਪੋਰੇਟ ਟਾਈਪ ਬਣਾ ਕੇ ਦੇਵਾਂਗੇ। ਸੋ ਇਹ ਸਾਰੀਆਂ ਚੀਜ਼ਾਂ ਇੰਪਲੋਇਮੈਂਟ ਦੇ ਵਿੱਚ ਵੀ ਅਸੀਂ ਇੱਕ ਵੱਡਾ ਚੈਲੰਜ ਲੈ ਕੇ ਚੱਲ ਰਹੇ ਹਾਂ ਕਿ ਉਹਦੇ ਲਈ ਵੀ ਦਿਨ ਰਾਤ ਮਿਹਨਤ ਕਰ ਰਹੇ ਹਾਂ ਕਿ ਇੰਪਲੋਇਮੈਂਟ ਦੇ ਵਿੱਚ ਵੀ ਵੱਧ ਤੋਂ ਵੱਧ ਜਿਹੜੇ ਐਫਰਟਸ ਹੈ ਉਹ ਕੀਤੇ ਜਾਣ। ਇਹ ਜਿਹੜਾ ਕਿਉਂਕਿ ਪਿੱਛੇ ਜੇ ਅਸੀਂ ਜ਼ਿਕਰ ਕਰਦੇ ਹਾਂ, ਉਹ ਚਲੋ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਹੜ੍ਹਾਂ ਨੇ ਬੜਾ ਵੱਡਾ ਇੰਪੈਕਟ ਕੀਤਾ ਸੀ ਇਸ ਏਰੀਏ ਨੂੰ, ਖਾਸ ਕਰਕੇ ਕਿਉਂਕਿ ਇੱਧਰਲੇ ਪਾਸਿਓਂ ਸਾਰਾ ਮੈਨੂੰ ਲੱਗਦਾ ਕਿ ਜਿਹੜਾ ਭਾਖੜਾ ਨੰਗਲ ਤੋਂ ਨਿਕਲ ਕੇ ਪਾਣੀ ਜਿਹੜਾ ਬਹੁਤ ਸਾਰੇ ਏਰੀਏ ਦੇ ਵਿੱਚ ਗਿਆ ਹੈਗਾ। ਤੁਹਾਡੇ ਵਾਲੇ ਪਾਸੇ ਰਿਵਾਈਵਲ ਹੋ ਗਿਆ, ਲੋਕੀ ਠੀਕ ਨੇ ਹੁਣ ਕਿਸ ਤਰੀਕੇ ਨਾਲ ਇਲਾਕੇ? ਹਾਂਜੀ, ਦੇਖੋ 2 ਵਾਰ ਹੜ੍ਹ ਆਇਆ। ਜਿਹੜਾ ਪਹਿਲੀ ਵਾਰ ਹੜ੍ਹ ਹੈ ਉਹਦਾ ਜਿਹੜਾ ਜ਼ਿਆਦਾ ਅਸਰ ਹੈ ਉਹ ਮੇਰੇ ਹਲਕੇ ਦੇ ਵਿੱਚ ਰਿਹਾ। ਜਿਹੜਾ ਦੂਜੀ ਵਾਰ ਭਾਖੜੇ ਦੇ ਪਾਣੀ ਨਾਲ ਆਇਆ ਉਹਦਾ ਜਿਹੜਾ ਸਾਡਾ ਗੁਆਂਢੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਕਿ ਉਹ ਭਾਖੜਾ ਦੇ ਜ਼ਿਆਦਾ ਨੇੜੇ ਪੈਂਦਾ, ਉਹ ਉੱਥੇ ਜ਼ਿਆਦਾ ਉਹਦਾ ਜਿਹੜਾ ਅਸਰ ਰਿਹਾ। ਮੇਰੇ ਵੀ ਕੁਝ ਕੁ ਪਿੰਡਾਂ 'ਚ, ਮੇਰੇ ਹਲਕੇ ਦੇ ਵੀ ਕੁਝ ਕੁ ਪਿੰਡਾਂ 'ਚ ਰਿਹਾ, ਪਰ ਕਾਫੀ ਘੱਟ, ਜ਼ਿਆਦਾ ਉਸ ਪਾਸੇ ਰਿਹਾ। ਸੋ ਕਾਫੀ ਹੱਦ ਤੱਕ ਜਿਹੜਾ ਜ਼ਿੰਦਗੀ ਹੈ ਹੁਣ ਲੀਹ 'ਤੇ ਆ ਚੁੱਕੀ ਹੈ। ਜਿਹੜੇ ਕਾਫੀ ਜਿੱਥੇ ਨੁਕਸਾਨ ਹੋਏ, ਬੰਨ੍ਹ ਲੱਗਣ ਦੀ ਲੋੜ ਸੀ ਕੋਈ ਸੜਕਾਂ ਦੇ, ਉਹਨਾਂ ਨੂੰ ਨਾਲ ਦੀ ਨਾਲ ਠੀਕ ਵੀ ਕਰਵਾਇਆ। ਜਿੱਥੇ ਕੋਈ ਕਮੀਆਂ ਪੇਸ਼ੀਆਂ ਨੇ ਉਹ ਨਾਲ ਦੀ ਨਾਲ ਕਰ ਰਹੇ ਹਾਂ। ਵੈਸੇ ਚੜਾ ਸਾਹਿਬ, ਮੈਨੂੰ ਲੱਗਦਾ ਕਿ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ। MLA ਬਣ ਜਾਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਤਾਕਤ ਹੁੰਦੀ ਹੈ। ਪਿੱਛੇ ਜਿਹੇ ਇਹ ਵੀ ਚਰਚਾਵਾਂ ਛੜੀਆਂ ਕਿ MLA ਵੀ ਹੁਣ ਅੱਜ ਕੱਲ੍ਹ ਰਬੜ ਸਟੈਂਪ ਬਣਦੇ ਜਾ ਰਹੇ ਆ, ਹੁਕਮ ਸਾਰੇ ਉੱਪਰੋਂ ਆਉਂਦੇ ਨੇ। ਇਹ ਤੁਸੀਂ ਕੀ ਮੰਨਦੇ ਹੋ ਕਿ MLA ਦੇ ਕੋਲ ਸਾਰੀਆਂ ਤਾਕਤਾਂ ਹੱਲੇ ਵੀ ਹੈਗੀਆਂ, ਜਾਂ MLA ਦੇ ਉੱਪਰ ਵੀ ਬੋਝ ਹੈਗਾ ਹੱਲੇ? ਕਿਉਂਕਿ ਪਿੱਛੇ ਜੇ ਤੁਸੀਂ ਆਪਣੇ ਵੱਲੋਂ ਕੁਝ ਸੁਧਾਰ ਕਰਨ ਦੀ ਆਪਣੇ ਵੱਲੋਂ ਤੁਸੀਂ ਜ਼ਿਕਰ ਕੀਤਾ ਸੀ, ਕੋਸ਼ਿਸ਼ ਕੀਤੀ, ਤੁਸੀਂ DC ਦਫ਼ਤਰ ਦੇ ਵਿੱਚ ਜਾ ਕੇ ਹੁਕਮ ਸੁਣਾਏ, ਪਰ ਉੱਥੋਂ ਤੁਹਾਨੂੰ ਰਿਵੋਕ ਦੇਖਣਾ ਪਿਆ, ਉਹਨਾਂ ਲੋਕਾਂ ਦਾ ਵਿਰੋਧ ਦੇਖਣਾ ਪਿਆ, ਤੇ ਤੁਹਾਨੂੰ ਆਪਣੇ ਤੌਰ 'ਤੇ ਉਹਦੀ ਤੁਸੀਂ ਜ਼ਿਕਰ ਵੀ ਕੀਤਾ ਕਿ ਮੈਂ ਤਾਂ ਚੰਗਾ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ। ਤੁਸੀਂ ਸੋਸ਼ਲ ਮੀਡੀਆ 'ਤੇ ਆਣ ਕੇ ਉਸ ਦਾ ਜਵਾਬ ਵੀ ਦਿੱਤਾ ਮੁੜ ਕੇ, ਤਾਂ ਫਿਰ ਉਹ DC ਦਫ਼ਤਰ ਦੇ ਜਿਹੜੇ ਅਫਸਰ ਸੀਗੇ ਉਹ ਬਾਅਦ 'ਚੋਂ ਕੰਮ 'ਤੇ ਵਾਪਸ ਆਏ ਕਿਉਂਕਿ ਹੜਤਾਲ ਕਰਤੀ ਸੀ। ਲੱਗਦਾ ਕਿ MLA ਦੀ ਤਾਕਤ ਉਸ ਤਰੀਕੇ ਦੀ ਹੈਗੀ ਹੈ, ਜਾਂ ਹੱਲੇ ਵੀ ਇੱਕ ਲੌਬੀ ਹੈਗੀ ਜਿਹੜੀ ਉਹ ਪ੍ਰੈਸ਼ਰ ਰੱਖਦੀ ਹੈ ਉੱਪਰ? ਨਹੀਂ, ਦੇਖੋ, ਇਹ ਤਾਂ ਜਦੋਂ ਤੁਸੀਂ ਕੰਮ ਕਰਦੇ ਆ ਨਾ ਕਿਸੇ ਸਿਸਟਮ 'ਚ, ਇਹ ਸਾਰੀਆਂ ਗੱਲਾਂ ਤਾਂ ਹੁੰਦੀਆਂ ਹੀ ਹੁੰਦੀਆਂ। ਪ੍ਰੈਸ਼ਰ ਵੀ ਝੱਲਣਾ ਪੈਂਦਾ, ਸਾਰਾ ਕੁਝ ਹੁੰਦਾ, ਪਰ ਅਲਟੀਮੇਟਲੀ ਆਪਾਂ ਦੇਖਣਾ ਹੁੰਦਾ ਕਿ ਰਿਜ਼ਲਟ ਕੀ ਹੈ। ਰਿਜ਼ਲਟ ਤੁਸੀਂ ਦੇਖ ਲਓ, ਅੱਜ ਮੇਰੇ ਹਲਕੇ 'ਚ ਜਾ ਕੇ ਦੇਖ ਲਓ, ਤਹਿਸੀਲਾਂ ਦੇ ਵਿੱਚ ਜਿਹੜੇ ਸਾਡੇ ਤਹਿਸੀਲਦਾਰ ਨੇ, ਮੇਰੇ ਹਲਕੇ 'ਚ 2 ਪੈਂਦੇ ਨੇ, ਅਤੇ ਤੁਸੀਂ ਜਾ ਕੇ ਰੋਪੜ ਦੇ ਵਿੱਚ ਦੇਖੋ, ਨੂਰਪੁਰ ਬੇਦੀ ਦੇ ਵਿੱਚ ਵੀ ਇਸੇ ਤਰ੍ਹਾਂ ਹੈ। ਹੁਣ ਪੁੱਛ ਕੇ ਰਜਿਸਟਰੀ ਹੋ ਰਹੀ ਹੈ ਕਿ ਕਿਸੇ ਨੇ ਬਾਹਰ ਕੋਈ ਫਾਲਤੂ ਪੈਸਾ ਤਾਂ ਨਹੀਂ ਲਿਆ। ਬਹੁਤ ਵੱਡਾ ਜਿਹੜਾ ਸੁਧਾਰ ਹੈ। ਤੁਹਾਡਾ ਕਾਰਨ ਕੀ ਸੀਗਾ? ਉਹ ਜਦੋਂ ਤੁਸੀਂ ਆਪਣੇ ਵੱਲੋਂ ਉਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ, ਕੀ ਘਾਟ ਕੀ ਨਜ਼ਰ ਆ ਰਹੀ ਸੀ ਉੱਥੇ ਉਸ ਵੇਲੇ? ਨਹੀਂ, ਉਸ ਵੇਲੇ ਜਿਹੜਾ ਕਾਰਨ ਸੀਗਾ ਜੀ, ਉਹ ਸੀਗਾ ਓਵਰ ਚਾਰਜਿੰਗ। ਕਿ ਜਿਹੜੇ ਦਲਾਲ ਹੈ, ਜਿਹੜੇ ਉਹ ਓਵਰ ਚਾਰਜਿੰਗ ਜਿਹੜੀ ਕਰ ਰਹੇ ਸੀਗੇ। ਉਹ ਜਿਹੜੀ ਓਵਰ ਚਾਰਜਿੰਗ ਜਦੋਂ ਕੋਈ ਕਰਦਾ, ਉਹ ਅੱਜ ਤੱਕ ਦਾ ਵੀ ਜੋ ਸਿਸਟਮ ਚੱਲਿਆ ਆਉਂਦਾ, ਚਾਹੇ ਉਹ ਕੋਈ ਪ੍ਰਾਈਵੇਟ ਪਰਸਨ ਦੇ ਰਾਹੀਂ ਕਰੇ, ਓਵਰ ਚਾਰਜਿੰਗ ਦੀ ਜਿਹੜੀ ਜ਼ਿੰਮੇਵਾਰੀ ਹੈ। ਤੁਹਾਡੇ ਤੱਕ ਜਾਣਕਾਰੀ ਕਿੱਦਾਂ ਪਹੁੰਚੀ ਸੀ ਵੀ ਓਵਰ ਚਾਰਜਿੰਗ ਹੋ ਰਹੀ ਹੈ? ਅਸੀਂ ਫੀਲਡ 'ਚ ਰਹਿੰਦੇ ਹਾਂ ਜੀ, ਸਾਡੇ ਤੱਕ ਜਿੰਨੀ ਜਾਣਕਾਰੀ ਪਹੁੰਚਦੀ ਤਾਂ ਹੋਰ ਕਿਤੇ ਪਹੁੰਚੇਗੀ। ਲੋਕ ਸਾਨੂੰ ਆ ਕੇ ਦੱਸਦੇ ਨੇ, ਲੋਕ ਸ਼ਿਕਾਇਤਾਂ ਕਰਦੇ ਨੇ। ਸੋ ਓਵਰ ਚਾਰਜਿੰਗ ਦਾ ਜਿਹੜਾ ਮਸਲਾ ਸੀਗਾ, ਓਵਰ ਚਾਰਜਿੰਗ ਦੀ ਜਿਹੜੀ ਜ਼ਿੰਮੇਵਾਰੀ ਚਾਹੇ ਕੋਈ ਪ੍ਰਾਈਵੇਟ ਬੰਦਾ ਵੀ ਕਰੇ, ਪਰ ਜ਼ਿੰਮੇਵਾਰੀ ਅਫਸਰਾਂ ਦੀ ਬਣ ਜਾਂਦੀ ਹੈ, ਸਰਕਾਰ ਦੀ ਬਣ ਜਾਂਦੀ ਹੈ, ਈਵਨ ਕਿ ਸਾਡੀ ਵੀ ਵਿੱਚ ਬਣ ਜਾਂਦੀ ਹੈ। ਪਤਾ ਕੀਤਾ ਕੌਣ ਕਰ ਰਿਹਾ ਸੀ ਇਹ ਸਾਰੀਆਂ ਚੀਜ਼ਾਂ? ਬਿਲਕੁਲ ਜੀ, ਉਹ ਸਾਰਾ ਕੁਝ ਜਿਹੜਾ ਹੈਗਾ ਬਿਲਕੁਲ ਲਿਖ ਕੇ ਜੋ ਫੈਕਟ ਫਾਈਂਡਿੰਗ ਹੈਗੀ ਹੈ ਉਹ ਭੇਜ ਦਿੱਤੀ ਸੀ ਗਵਰਨਮੈਂਟ ਨੂੰ। ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਜ਼ਿਕਰ ਕਰਦੇ ਰਹੇ ਨੇ ਕਿ ਜਦੋਂ ਸਾਡੀ ਸਰਕਾਰ ਬਣੀ ਤਾਂ ਜਿਹੜੀ ਕਰਪਸ਼ਨ ਹੋਊਗੀ, ਭ੍ਰਿਸ਼ਟਾਚਾਰ ਹੋਊਗਾ, ਉਹਦੇ ਪ੍ਰਤੀ ਜ਼ੀਰੋ ਟੋਲਰੈਂਸ ਹੋਊਗੀ। ਤੁਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਵੀ ਇਹ ਚੀਜ਼ ਹੋ ਰਹੀ ਹੈ? ਹੋਈ ਵੀ ਹੈ ਜੀ, ਮੈਂ ਤੁਹਾਨੂੰ ਰਿਜ਼ਲਟ ਦੱਸ ਰਿਹਾ ਜੀ। ਤੁਸੀਂ ਉਸ ਤੋਂ ਬਾਅਦ ਦੇ ਰਿਜ਼ਲਟ ਦੇਖੋ, ਜਾ ਕੇ ਉੱਥੇ ਬੜੀ ਵੱਡੀ ਪੱਧਰ ਤੇ ਪਾਰਦਰਸ਼ਤਾ ਇਸ ਮਾਮਲੇ 'ਚ ਆਈ ਹੈ। ਜਾਣੀ ਕਿ ਜਿਹੜੇ ਬੰਦੇ ਭ੍ਰਿਸ਼ਟਾਚਾਰ ਕਰ ਰਹੇ ਸੀ ਹੁਣ ਠੱਲ ਪੈ ਚੁੱਕੀ ਹੈ। ਬਿਲਕੁਲ ਬਹੁਤ ਵੱਡੀ ਪੱਧਰ ਤੇ ਪਾਰਦਰਸ਼ਤਾ ਇਸ ਮਾਮਲੇ ਦੇ ਵਿੱਚ ਆਈ ਹੈ। ਔਰ ਮੈਂ ਕਹਿੰਦਾ ਵੀ ਜੇ ਤੁਸੀਂ ਮੇਰੇ ਹਲਕੇ ਦੀ ਗੱਲ ਕਰਦੇ ਆ ਵੀ ਹਲਕੇ 'ਚ ਸਟ੍ਰਾਈਕ ਹੋਈ ਜਾਂ ਕੁਛ ਹੋਈ, ਉਹ 'ਚ ਇਹ ਚੀਜ਼ਾਂ ਅਲੱਗ ਹੈ, ਹੁੰਦੀਆਂ, ਪਰ ਆਪਾਂ ਉਹਦੇ 'ਤੇ ਦੇਖੀਏ ਕਿ ਫਰਕ ਕੀ ਪਿਆ, ਪਾਰਦਰਸ਼ਤਾ ਕੀ ਹੈ। ਵੈਸੇ ਆਪਾਂ ਪਰਿਵਾਰ ਦੀ ਗੱਲ ਕਰ ਰਹੇ ਸੀ, ਮੈਨੂੰ ਲੱਗਦਾ ਥੋੜ੍ਹਾ ਜਿਹਾ ਉਹ ਗੱਲਾਂ ਰਹਿ ਗਈਆਂ, ਮੈਂ ਪੁੱਛਣੀਆਂ ਸੀਗੀਆਂ। ਪਰਿਵਾਰ ਦੇ ਵਿੱਚ ਕੌਣ ਹੈਗਾ ਤੁਹਾਡਾ, ਤੇ ਘਰ ਦਾ ਗੁਜ਼ਾਰਾ ਜਾਂ ਖਰਚਾ ਕਿਸ ਤਰੀਕੇ ਨਾਲ ਚਲਾ ਰਹੇ ਹੋ ਇਸ ਵੇਲੇ ਤੁਸੀਂ? ਨਹੀਂ, ਮੇਰੇ ਪਰਿਵਾਰ ਦੇ ਵਿੱਚ ਜਿਹੜਾ ਪਹਿਲਾਂ ਤਾਂ ਮੈਂ ਜੁਆਇੰਟ ਫੈਮਿਲੀ ਦੇ ਵਿੱਚ ਵੀ ਰਿਹਾ ਜੀ, ਕਿਉਂਕਿ ਮੇਰੇ ਜਿਹੜੇ ਫਾਦਰ ਹੋਣੀ 5 ਭਰਾ ਨੇ,
ਤੇ ਇੱਕ ਸਮੇਂ ਇਕੱਠੇ ਵੀ ਰਹਿੰਦੇ ਰਹੇ ਹੈ। ਹੁਣ ਚਲੋ ਆਪਣੇ ਆਪਣੇ ਉੱਥੇ ਪਿੰਡ ਦੇ ਵਿੱਚ ਹੀ। ਹਾਂਜੀ ਹਾਂਜੀ ਹੂੰ ਹਾਂਜੀ ਹੂੰ ਆਪਣੇ ਆਪਣੇ ਜਿਹੜੇ ਕਾਰੋਬਾਰਾਂ ਦੇ ਮੁਤਾਬਕ ਉਹ ਅੱਡ ਅੱਡ ਜਗ੍ਹਾ ਤੇ ਜਿਹੜਾ ਹੈ ਤਾਂ ਵੈਸੇ ਹੁਣ ਵੀ ਲੋਕਲ ਦੇ ਵਾਂਗੂ ਹੀ ਹੈ। ਉਸ ਤੋਂ ਬਾਅਦ ਚ ਜੁਆਇੰਟ ਫੈਮਿਲੀ ਤੋਂ ਬਿਨਾਂ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਦਰ ਫਾਦਰ ਮੇਰੀ ਸਿਸਟਰ ਤੇ ਮੈਂ ਤੇ ਮੇਰੀ ਵਾਈਫ ਜੀ। ਬੱਚੇ ਨਹੀਂ ਹੈਗੇ। ਹਲੇ ਤਾਂ ਆਪ ਹੀ ਬੱਚੇ ਆ ਜੀ। ਅੱਛਾ, ਹਲੇ ਆਪ ਬਚੇ ਆ। ਹਲੇ ਹੋਰ ਬਹੁਤ ਕੁਝ ਕਰਨਾ ਹੈਗਾ ਤਾਂ ਇਹ ਚੀਜ਼ਾਂ ਜੇ ਭਾਜੀ ਸਮਝਣ ਦੀ ਕੋਸ਼ਿਸ਼ ਕਰੀਏ ਹੁਣ, ਕਿਉਂਕਿ ਜਦੋਂ ਅਸੀਂ ਤੁਹਾਡੇ ਹਲਕੇ ਦੀ ਗੱਲ ਕਰਦੇ, ਪਰਿਵਾਰ ਦੀ ਗੱਲ ਕਰਦੇ ਹਾਂ, ਤਾਂ ਜ਼ਿੰਮੇਵਾਰੀਆਂ ਵੀ ਉਸ ਤਰੀਕੇ ਨਾਲ ਬੰਦੇ ਨੂੰ ਨਾਲ-ਨਾਲ ਦੇਖਣੀਆਂ ਪੈਂਦੀਆਂ ਨੇ। ਤੇ ਕਿਉਂਕਿ ਜਦੋਂ ਅਸੀਂ ਇੱਕ ਐਮਐਲਏ ਬਣ ਜਾਂਦੇ ਹਾਂ ਤਾਂ ਉਸ ਵੇਲੇ ਫਿਰ ਲੋਕਾਂ ਦਾ ਤਾਂਤਾ ਬਹੁਤ ਲੱਗਦਾ, ਘਰ ਆਉਣ ਵਾਲਿਆਂ ਦਾ ਬੜਾ ਤਾਂਤਾ ਲੱਗਦਾ। ਫਿਰ ਉਹਨਾਂ ਦੇ ਨਾਲ ਕੀ ਦਫ਼ਤਰ ਬਣਾਇਆ ਹੈਗਾ ਉਚੇਚੇ ਤੌਰ 'ਤੇ, ਲੋਕਾਂ ਦੇ ਨਾਲ ਡੀਲਿੰਗ ਕਿਸ ਤਰੀਕੇ ਨਾਲ ਕਰਦੇ ਹੋ, ਕੀ ਖਰਚਾ-ਖੁਰਚਾ ਕਿਸ ਤਰੀਕੇ ਨਾਲ ਚੱਲਦਾ ਹੈਗਾ ਉਸ ਹਿਸਾਬ ਦਾ? ਮੇਰੇ ਹਲਕੇ ਦੇ ਵਿੱਚ ਮੇਰੇ ਦੋ ਦਫ਼ਤਰ ਚੱਲਦੇ ਨੇ ਜੀ। ਇੱਕ ਰੋਪੜ ਦੇ ਵਿੱਚ, ਇੱਕ ਨੂਰਪੁਰ ਬੇਦੀ ਦੇ ਵਿੱਚ, ਕਿਉਂਕਿ ਕਾਫੀ ਲੰਬਾ ਹਲਕਾ ਹੈ ਜੀ। ਪਿੰਡਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਕਰੀਬ 100 ਕਿਲੋਮੀਟਰ ਪੈ ਜਾਂਦਾ ਰੋਪੜ ਵਿਧਾਨ ਸਭਾ ਬਿਲਕੁਲ, ਹਲਕਾ। ਇੱਧਰੋਂ ਸ਼ੁਰੂ ਹੋ ਜਾਂਦਾ ਤੇ ਉਹ ਪਿੱਛੇ ਤੱਕ ਜਾਂਦਾ ਹੈਗਾ। ਹਾਂ, ਤੁਸੀਂ ਇੱਧਰੋਂ ਵੀ ਬੜੀ ਦੂਰੋਂ ਤੁਸੀਂ ਮੇਨ ਰੋਡ ਤੋਂ ਦੇਖਦੇ ਆ, ਜਿਹੜਾ ਮੇਨ ਚੰਡੀਗੜ੍ਹ ਰੋਡ ਆ ਉਸ ਤੋਂ ਵੀ ਅੱਗੇ ਜਾ ਕੇ ਉਹ ਬਰਦਾਰ ਤੱਕ ਪੈ ਜਾਂਦਾ। ਬਿਲਕੁਲ ਪਹਾੜੀ ਏਰੀਆ ਵੀ ਹਾਂ ਸਾਰਾ ਹਾਂ ਪੈ ਹਾਂ ਜਾਂਦਾ ਹਾਂ ਵਿੱਚ ਹਾਂ ਹੀ। ਤੇ ਉਹ ਉਧਰ ਪਲਾਡਾ ਸਪਾਲਮ ਤੱਕ ਚਲਾ ਗਿਆ, ਇੱਧਰ ਘਨੌਲੀ ਤੱਕ ਕਰੀਬ 100 ਕਿਲੋਮੀਟਰ ਹਲਕਾ ਪੈ ਜਾਂਦਾ। ਸੋ ਇਸ ਕਰਕੇ ਦੋ ਦਫ਼ਤਰ ਜਿਹੜੇ ਜ਼ਰੂਰੀ ਹੈ। ਦੋ ਦਫ਼ਤਰ ਜਿਹੜੇ ਆ ਮੇਰੇ ਹਲਕੇ ਦੇ ਵਿੱਚ ਮੇਰੇ ਚੱਲ ਰਹੇ ਨੇ। ਤੇ ਉਸ ਤੋਂ ਬਿਨਾਂ ਦਫ਼ਤਰਾਂ ਤੋਂ ਬਿਨਾਂ ਤੀਜੀ ਜਗ੍ਹਾ ਮੈਂ ਅਲੱਗ-ਅਲੱਗ ਜਗ੍ਹਾ ਤੇ ਲੋਕਾਂ ਨੂੰ ਅੱਡ ਤੋਂ ਮਿਲਦਾ ਰਹਿੰਦਾ। ਜਿੱਥੇ-ਜਿੱਥੇ ਠਾਰਾਂ ਬਣੀਆਂ ਹੁੰਦੀਆਂ ਨੇ ਕੇਵਲ ਵੀ ਇੱਥੇ ਜਾ ਕੇ ਬੰਦੇ ਬਹਿ ਜਾਂਦੇ ਨੇ। ਤੇ ਖਰਚਾ ਪਾਣੀ ਆਪਣਾ ਕਿੱਦਾਂ ਚਲਾਉਂਦੇ ਤੁਸੀਂ? ਵਕਾਲਤ ਤੁਸੀਂ ਹੁਣ ਉਸ ਤਰੀਕੇ ਨਾਲ ਐਕਟਿਵਲੀ ਕਰ ਨਹੀਂ ਰਹੇ, ਤਾਂ ਖਰਚਾ ਪਾਣੀ ਕਿਸ ਤਰੀਕੇ ਨਾਲ ਚੱਲਦਾ? ਤੁਹਾਨੂੰ ਪਤਾ ਜੀ ਕਿ ਐਮਐਲਏ ਨੂੰ ਖਰਚੇ ਪਾਣੀ ਲਈ ਜਿਹੜੀ ਇੱਕ ਤਨਖਾਹ ਹੈ ਉਹ ਵੀ ਮਿਲਦੀ ਹੈ। ਤੇ ਤਨਖਾਹ ਤੋਂ ਬਿਨਾਂ ਕੁਛ ਜਿਹੜੀਆਂ ਆਪਣੀਆਂ ਆਮਦਨਾਂ ਜਿਹੜੀਆਂ ਪਰਿਵਾਰਿਕ, ਕੋਈ ਕਿਰਾਏ ਦੀ ਜਾਂ ਕੋਈ ਹੋਰ, ਉਹ ਵੀ ਹੁੰਦੀਆਂ ਨੇ। ਸੋ ਉਹਦੇ ਨਾਲ ਆਪਣਾ ਜਿਹੜਾ ਇਹ ਸਾਰਾ ਤਾਣਾ ਬਾਣਾ ਉਹ ਚੱਲ ਰਿਹਾ। ਤੇ ਦਫ਼ਤਰਾਂ ਦੇ ਵਿੱਚ ਬੈਠਣ ਲਈ ਸਾਨੂੰ ਕੋਈ ਬਾਹਲੇ ਮੁਲਾਜ਼ਮਾਂ ਦੀ ਲੋੜ ਨਹੀਂ ਪੈਂਦੀ ਵੈਸੇ ਵੀ, ਕਿਉਂਕਿ ਜੋ ਸਾਡਾ ਪਾਰਟੀ ਦਾ ਮਾਡਲ ਰਿਹਾ ਉਹਦੇ ਮੁਤਾਬਕ ਸਾਡੇ ਜਿਹੜੇ ਦਫ਼ਤਰ ਹੈ ਦੋਨੋਂ, ਸਾਡੇ ਪਾਰਟੀ ਦੇ ਜਿਹੜੇ ਵਲੰਟੀਅਰ ਹੈ ਉਹੀ ਚਲਾ ਰਹੇ ਨੇ ਬੈਠ ਕੇ। ਉੱਥੇ ਕੋਈ ਪੇਡ ਬੰਦੇ ਨਹੀਂ ਚਲਾ ਰਹੇ, ਉਹ ਪਾਰਟੀ ਦੇ ਹੀ ਵਲੰਟੀਅਰ ਜਿਹੜੇ ਬੈਠ ਕੇ ਦਫ਼ਤਰ ਚਲਾ ਰਹੇ ਨੇ। ਵੈਸੇ ਮੰਨਦੇ ਹੋ ਕਿ ਜਿਸ ਬਦਲਾਵ ਦੀ ਨੀਤੀ ਦੇ ਨਾਲ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ, ਉਸ ਬਦਲਾਵ ਨੂੰ ਵੱਧ ਰਹੇ ਆ? ਕਿਉਂਕਿ ਬਹੁਤ ਸਾਰੇ ਸ਼ੰਕੇ ਲੋਕਾਂ ਦੇ ਮਨਾਂ 'ਚ ਹੈਗੇ ਨੇ ਹਲੇ ਵੀ ਕਿ ਬਦਲਾਵ ਉਸ ਤਰੀਕੇ ਨਾਲ ਨਜ਼ਰ ਨਹੀਂ ਆ ਰਿਹਾ ਜਿਸ ਤਰੀਕੇ ਨਾਲ ਉਹਦੀ ਪ੍ਰਮੋਸ਼ਨ ਹੋਈ ਸੀਗੀ। ਕੋਸ਼ਿਸ਼ ਕਰ ਰਹੇ ਹੋ ਕਿ ਉਹ ਬਦਲਾਵ ਲੋਕਾਂ ਨੂੰ ਦਿਸੇ? ਤੁਸੀਂ ਮੈਂ ਤਾਂ ਇਸ ਗੱਲ ਨੂੰ ਚੈਲੰਜ ਨਾ ਕਹਿੰਦਾ ਵੀ ਆਪਾਂ ਕੱਲੀ ਗੱਲ ਤੇ ਗੱਲ ਕਰ ਲਈਏ। ਦੱਸੋ ਤੁਹਾਨੂੰ ਕਿਹੜੀ ਗੱਲ 'ਚ ਬਦਲਾਵ ਨਜ਼ਰ ਨਹੀਂ ਆ ਰਿਹਾ? ਆਪਾਂ ਪੁਆਇੰਟ ਬਾਈ ਆਪਾਂ ਜੀ ਜਨਰਲ ਕਰਨ ਦੀ ਬਜਾਏ ਆਪਾਂ ਕੱਲੀ ਗੱਲ ਤੇ ਗੱਲ ਕਰ ਲਈ। ਦੱਸੋ ਤੁਹਾਨੂੰ ਕਿਹੜੀ ਗੱਲ ਦੇ ਵਿੱਚ ਬਦਲਾਵ ਨਜ਼ਰ ਨਹੀਂ ਆ ਰਿਹਾ? ਇੱਕ ਮੈਂ ਲੋਕਾਂ ਦੀ ਗੱਲ ਕਰੂੰਗਾ, ਮੇਰੇ ਸਵਾਲ ਨਹੀਂ ਹੁੰਦੇ ਅਕਸਰ, ਅਸੀਂ ਲੋਕਾਂ ਦੇ ਐਸੇ ਕੁਛ ਨਾ ਕੁਛ ਤਾਂ ਤੁਹਾਡੇ ਮਨ 'ਚ ਵੀ ਹੋਣਾ ਨਾ, ਮੈਂ ਆਪਾਂ ਉਹੀ ਸਾਰਾ ਦੱਸ ਕੁਝ ਲੋਕਾਂ ਦੇ ਸੁੱਟੀਏ। ਮੈਂ ਉਹੀ ਦੱਸਣ ਲੱਗਾ। ਇੱਕ ਬੜਾ ਅਹਿਮ ਜ਼ਿਕਰ ਚੱਲਦਾ, ਕਹਿੰਦੇ ਕਿ ਭਗਵੰਤ ਮਾਨ ਜ਼ਿਕਰ ਕਰਦੇ ਸੀਗੇ ਕਿ ਇੱਕ ਐਮਐਲਏ ਨੂੰ ਇੰਨੀ ਸਿਕਿਉਰਿਟੀ ਦੀ ਜਾਂ ਇੱਕ ਮੰਤਰੀ ਨੂੰ, ਮੁੱਖ ਮੰਤਰੀ ਨੂੰ ਇੰਨੀ ਸਿਕਿਉਰਿਟੀ ਦੀ ਲੋੜ ਨਹੀਂ ਹੁੰਦੀ। ਤੇ ਉਹ ਤਾਣਾ ਬਾਣਾ ਅਕਸਰ ਤੁਸੀਂ ਵੀ ਵੀਡੀਓ ਸੁਣੀਆਂ ਹੋਣੀਆਂ ਕਿ ਜਾਂ ਸੁਖਬੀਰ ਬਾਦਲ ਹੋ ਗਏ ਜਾਂ ਪ੍ਰਕਾਸ਼ ਸਿੰਘ ਬਾਦਲ ਹੋ ਗਏ, ਉਹ ਜੇ 6 ਕਿਲੋਮੀਟਰ ਜਾਂਦੇ ਨੇ ਤਾਂ 1.5 ਲੱਖ ਰੁਪਏ ਦਾ ਖਰਚਾ ਹੋ ਜਾਂਦਾ। ਤਾਂ ਉਹ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਉੱਡਾ ਹੀ ਕਾਫਲਾ, ਕਹਿੰਦੇ ਬਦਲਾਵ ਤਾਂ ਉਸ ਨਹੀਂ ਤਰੀਕੇ ਦੇਖੋ, ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਆਪਾਂ ਨੂੰ ਸਿਰਫ ਬਿਆਨਬਾਜ਼ੀ ਤੱਕ ਨਹੀਂ ਜਾਣਾ ਚਾਹੀਦਾ। ਇਹਨਾਂ ਚੀਜ਼ਾਂ 'ਚ ਬਦਲਾਅ ਤਾਂ ਬੜਾ ਵੱਡਾ ਆਇਆ। ਦੇਖੋ, ਐਮਐਲਏਆਂ ਤੱਕ, ਮੰਤਰੀਆਂ ਤੱਕ ਜਿਹੜੀ ਲੋਕਾਂ ਦੀ ਪਹੁੰਚ ਹੈ, ਤੁਸੀਂ ਦੱਸੋ ਇਮਾਨਦਾਰੀ ਨਾਲ ਕਿ ਉਹ ਪਹਿਲਾਂ ਦੀ ਨਾਲੇ ਹੁਣ ਦੀ ਵਿੱਚ ਕਿੰਨਾ ਫਰਕ ਹੈ? ਮੈਂ ਜਦੋਂ ਦਾ ਐਮਐਲਏ ਬਣਿਆ, ਮੈਂ ਇੱਕ ਦਿਨ ਵੀ ਚੰਡੀਗੜ੍ਹ ਸਟੇ ਨਹੀਂ ਕੀਤਾ, ਇੱਕ ਦਿਨ ਵੀ। ਹਰ ਰੋਜ਼ ਹਲਕੇ 'ਚ ਜਾਈਦਾ, ਕਦੀ ਵੀ ਆ ਕੇ ਕੋਈ ਵੀ ਸਾਨੂੰ ਮਿਲ ਸਕਦਾ, ਕਿ ਆਪਣੀ ਗੱਲ ਰੱਖ ਸਕਦਾ। ਸੋ ਪਹਿਲਾਂ ਇੰਨੀ ਜਿਹੜੀ ਪਹੁੰਚ ਹੈ, ਪਹਿਲਾਂ ਵਾਲਿਆਂ ਤੱਕ ਇੰਨੀ ਪਹੁੰਚ ਕਿੱਥੇ ਸੀਗੀ ਜੀ? ਠੀਕ ਹੈ, ਕੋਈ ਇੱਕ ਅੱਧੀ ਵਾਰ ਕੋਈ ਸੰਗਤ ਦਰਸ਼ਨ ਲਾ ਕੇ ਹੋਰ ਕਰਕੇ ਲੋਕਾਂ ਨੂੰ ਬੈਠ ਜਾਂਦਾ ਸੀਗਾ, ਪਰ ਜਿਹੜੀ ਹੁਣ ਲੋਕਾਂ ਦੀ ਨੁਮਾਇੰਦਿਆਂ ਤੱਕ ਪਹੁੰਚ ਹੈ, ਉਹ ਪਹਿਲਾਂ ਬਿਲਕੁਲ ਨਹੀਂ ਸੀਗੀ। ਤੇ ਇਹ ਬਹੁਤ ਵੱਡਾ ਬਦਲਾਅ ਹੈ ਜੀ। ਇੱਕ ਲੋਕੀ ਕਹਿੰਦੇ ਕਿ ਭਗਵੰਤ ਮਾਨ ਅਕਸਰ ਜ਼ਿਕਰ ਕਰਦੇ ਹੁੰਦੇ ਸੀ ਕਿ ਜਿਹੜਾ ਬੰਦਾ ਕੰਮ ਕਰੇ ਉਹਨੂੰ ਕੰਮ ਦਿਖਾਉਣ ਦੀ ਲੋੜ ਨਹੀਂ ਪੈਂਦੀ ਹੁੰਦੀ। ਪਰ ਕਹਿੰਦੇ ਹੁਣ ਜਦੋਂ ਵੀ ਤੁਹਾਡੇ ਵਿਰੋਧੀਆਂ ਦਾ ਅਸੀਂ ਜ਼ਿਕਰ ਕਰੀਏ, ਉਹ ਹਮੇਸ਼ਾ ਜ਼ਿਕਰ ਕਰਦੇ, ਕਹਿੰਦੇ ਕਿ ਜਿਹੜੀ ਮਰਜ਼ੀ ਰੋਡ ਤੇ ਚਲ ਜਾਓ, ਮੁੱਖ ਮੰਤਰੀ ਸਾਹਿਬ ਦੇ ਬੋਰਡ, ਕੇਜਰੀਵਾਲ ਸਾਹਿਬ ਦੇ ਬੋਰਡ ਜਾਂ ਆਮ ਆਦਮੀ ਪਾਰਟੀ ਦੇ ਬੋਰਡ ਹੀ ਨਜ਼ਰ ਆਉਂਦੇ ਨੇ। ਕਹਿੰਦੇ ਕਿ ਉਹ ਕਹਿੰਦੇ ਬਦਲਾਅ ਤਾਂ ਉੱਦਾਂ ਦਾ ਹੀ ਨਜ਼ਰ ਆ ਰਿਹਾ। ਨਹੀਂ, ਪਹਿਲੀ ਗੱਲ ਤਾਂ ਜੇ ਕੋਈ ਬੋਰਡ ਲੱਗ ਰਹੇ ਨੇ ਤਾਂ ਬੋਰਡਾਂ ਦੇ ਉੱਪਰ ਕੋਈ ਕੰਮ ਵੀ ਤਾਂ ਲਿਖੇ ਹੁੰਦੇ ਆ ਨਾ। ਬਿਨਾਂ ਕੰਮ ਤੋਂ ਖਾਲੀ ਬੋਰਡ ਨਹੀਂ ਲੱਗਦਾ ਕੋਈ। ਸੋ ਜੇ ਕੰਮ ਹੋ ਰਹੇ ਨੇ, ਦੇਖੋ ਇਹ ਵੀ ਸਾਨੂੰ ਸਮਝਣਾ ਚਾਹੀਦਾ ਕਿ ਇਸ ਮੁਲਕ 'ਚ ਜਿਹੜੀ ਸਾਡੀ ਲੜਾਈ ਹੈ, ਕਿਹਦੇ ਨਾਲ ਹੈ? ਉਹ ਜਿਹੜੀ ਹੁਣ ਆਉਣ ਵਾਲੀ ਲੜਾਈ ਅਸੀਂ ਸਾਰੇ ਲੜ ਰਹੇ ਹਾਂ ਰਲ ਕੇ, ਉਹ ਡੈਮੋਕ੍ਰੇਸੀ ਬਚਾਉਣ ਦੀ ਲੜਾਈ ਹੈ। ਉਹ ਡੈਮੋਕ੍ਰੇਸੀ ਬਚਾਉਣ ਦੀ ਲੜਾਈ ਸਾਡੀ ਨਰਿੰਦਰ ਮੋਦੀ ਜੀ ਨਾਲ ਹੈ, ਉਹ ਬੀਜੇਪੀ ਦੇ ਨਾਲ ਹੈ। ਜਿਹੜੀ ਡੈਮੋਕ੍ਰੇਸੀ ਬਚਾਉਣ ਦੀ ਲੜਾਈ ਹੈ, ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ, ਬੀਜੇਪੀ ਦੇ ਨਾਲ ਹੈ। ਸੋ ਜਦੋਂ ਅਸੀਂ ਕਿਸੇ ਨਾਲ ਲੜਾਈ ਲੜਨੀ ਹੋਵੇ, ਫਿਰ ਲੜਾਈ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ। ਫਿਰ ਲੜਾਈ ਜਿਹੜਾ
ਜਿਸ ਤਰੀਕੇ ਦੇ ਨਾਲ ਲੜਾਈ ਦੇ ਵਿੱਚ ਜਿਹੜੀ ਸਾਹਮਣੇ ਵਾਲੀ ਧਿਰ ਹੈ ਬੀਜੇਪੀ ਤੇ ਨਰਿੰਦਰ ਮੋਦੀ ਜੀ ਦੀ ਜਿਹੜੀ ਟੀਮ ਹੈ, ਜਿਸ ਤਰੀਕੇ ਨਾਲ ਉਹ ਲੜਾਈ ਨੂੰ ਜਿੱਤਣ ਦੀ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੋਵੇ, ਤਾਂ ਹਰ ਤਰ੍ਹਾਂ ਦਾ ਜਿਹੜਾ ਜਵਾਬ ਦੇਣਾ ਉਹ ਜ਼ਰੂਰੀ ਹੁੰਦਾ। ਫਿਰ ਦੇਖੋ, ਅਸੀਂ ਕਿਸਾਨ ਮੋਰਚੇ ਦੇ ਵਿੱਚ ਵੀ ਆਪਾਂ ਸਾਰੇ ਗਏ ਹਾਂ, ਉੱਥੇ ਸਾਨੂੰ ਕੀ ਕੁਛ ਨਹੀਂ ਕਰਨਾ ਪਿਆ। ਸਾਨੂੰ ਉੱਥੇ ਸਾਡੀਆਂ ਜਥੇਬੰਦੀਆਂ ਨੇ ਕਿਹੜਾ ਵੱਡੇ ਤੋਂ ਵੱਡਾ ਜਿਹੜਾ ਉਪਰਾਲਾ ਉਹ ਨਹੀਂ ਕੀਤਾ ਲੜਾਈ ਲੜਨ ਦੇ ਲਈ, ਲੜਾਈ ਜਿੱਤਣ ਦੇ ਲਈ। ਸੋ ਇਸੇ ਤਰੀਕੇ ਨਾਲ ਅਸੀਂ ਇਹ ਜਿਹੜੀ ਲੜਾਈ ਹੈ ਡੈਮੋਕ੍ਰੇਸੀ ਬਚਾਉਣ ਦੇ ਲਈ ਲੜ ਰਹੇ ਹਾਂ, ਜੋ ਮੁਲਕ 'ਚ ਇਹਨਾਂ ਨੇ ਹਾਲ ਕਰਨਾ ਸਟਾਰਟ ਕਰ ਦਿੱਤਾ। ਸੋ ਉੱਥੇ ਇਹ ਜਿਹੜੇ ਸਾਰੇ ਹਰਬੇ ਜਰਬੇ ਹੈ ਉਹ ਲੜਾਈ 'ਤੇ ਫਿਰ ਵਰਤਣੇ ਪੈਂਦੇ ਆ। ਇਹ ਗੱਠਜੋੜ ਦੀਆਂ ਚਰਚਾਵਾਂ ਚੱਲੀਆਂ ਸੀ, ਵੈਸੇ ਉਹ ਲੱਗਦਾ ਕਿ ਸਿਰੇ ਪਹੁੰਚ ਜੂਗੀ ਉਹ ਗੱਲ, ਕਿ ਹਲੇ ਵੀ ਰਾਹ ਦੇ ਵਿੱਚ ਹੀ ਨੇ? ਉੱਪਰ ਕਹਿੰਦੇ ਵੀ ਗੱਠਜੋੜ ਹੋ ਗਿਆ, ਥੱਲੇ ਕਹਿੰਦੇ ਨਹੀਂ ਮੰਨਣਾ ਪੰਜਾਬ 'ਚ ਕਹਿੰਦੇ। ਨਹੀਂ, ਇਹ ਤਾਂ ਦੇਖੋ ਮੰਨਣਾ ਨਹੀਂ ਮੰਨਣਾ ਜਿਹੜੀ ਗੱਲ ਹੈ ਉਹ ਤਾਂ ਪਰਸਨ ਟੂ ਪਰਸਨ ਵੇਰੀ ਕਰ ਸਕਦੀ ਹੈ, ਪਰ ਇੰਡੀਆ ਅਲਾਇੰਸ ਤਾਂ ਤੁਹਾਡੇ ਸਾਹਮਣੇ ਬਣ ਗਿਆ। ਹੁਣ ਇੰਡੀਆ ਅਲਾਇੰਸ ਦੇ ਵਿੱਚ ਜਿਹੜੀ ਸੀਟ ਸ਼ੇਅਰਿੰਗ ਹੈ ਉਹ ਕੀ ਹੁੰਦੀ ਹੈ, ਕਿਹੜੀ ਸਟੇਟ 'ਚ ਕੀ ਹੁੰਦੀ ਹੈ, ਉਹ ਹਲੇ ਫੈਸਲਾ ਆਉਣਾ ਬਾਕੀ ਹੈ। ਤੇ ਜੋ ਵੀ ਫੈਸਲਾ ਜਿਹੜਾ ਆਉਂਦਾ ਹੈ, ਉਹ ਜਿਹੜਾ ਵੀ ਕਿਸੇ ਪਾਰਟੀ ਦਾ ਜਿਹੜਾ ਅਨੁਸ਼ਾਸਿਤ ਲੀਡਰ ਹੈਗਾ, ਉਹਨੂੰ ਅਨੁਸ਼ਾਸਨ ਦੇ ਨਾਲ ਮੰਨਣਾ ਪਏਗਾ। ਕਿਉਂਕਿ ਵੈਸੇ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਜਿਨ੍ਹਾਂ ਦੇ ਨਾਲ ਆਪਾਂ ਵਿਰੋਧ ਦੇ ਨਾਲ ਚੱਲਦੇ ਰਹੇ ਹੋਈਏ, ਹੁਣ ਤੁਹਾਡਾ ਆਪਾਂ ਜ਼ਿਕਰ ਕਰ ਲਈ, ਇੱਕ ਪਾਸੇ ਤੁਸੀਂ ਹੁੰਦੇ ਆ ਤੇ ਦੂਜੇ ਪਾਸੇ ਵਰਿੰਦਰ ਢਿੱਲੋਂ, ਕਿ ਆਪਸ 'ਚ ਚੱਲਣਾ ਆਸਾਨ ਹੋਊਗਾ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ? ਦੇਖੋ, ਆਪਸ ਦੇ ਮੈਂ ਵੈਸੇ ਵਿੱਚ ਤੁਹਾਡੀ ਨਿੱਜੀ ਰਾਏ ਜਾਣਨੀ ਚਾਹਾਂਗੇ। ਮੇਰੀ ਦੇਖੋ, ਆਪਸ ਦੇ ਵਿੱਚ ਸਾਡੀ ਨਿੱਜੀ ਰਾਏ ਜੋ ਮਰਜ਼ੀ ਹੋਵੇ ਉਹ ਮੈਟਰ ਨਹੀਂ ਕਰਦੀ। ਨਿੱਜੀ ਰਾਏ ਜੋ ਮਰਜ਼ੀ ਪਾਰਟੀ ਦਾ ਹੋਵੇ ਫੈਸਲਾ ਉਹ ਵੱਡਾ। ਮੈਟਰ ਨਹੀਂ। ਪਾਰਟੀ ਦਾ ਫੈਸਲਾ ਕਿਸ ਕਾਜ਼ ਲਈ ਹੈ, ਮੈਟਰ ਉਹ ਕਰਦਾ। ਮੈਟਰ ਜੇ ਤਾਂ ਪਾਰਟੀ ਨੇ ਕੋਈ ਵੈਸਟਡ ਇੰਟਰਸਟ ਲਈ ਤੋਂ ਪਾਰਟੀ ਨੇ ਕੋਈ ਫੈਸਲਾ ਨਹੀਂ ਲਿਆ, ਕਿਸੇ ਜੇ ਇੰਡੀਆ ਅਲਾਇੰਸ ਬਣਿਆ ਤਾਂ ਕਿਸੇ ਦੇ ਨਿੱਜੀ ਹਿੱਤ ਲਈ ਤਾਂ ਬਣਿਆ ਨਹੀਂ। ਉਹ ਜਿਹੜੀ ਸਭ ਤੋਂ ਵੱਡੀ ਲੜਾਈ ਹੈ, ਤੁਸੀਂ ਚੈਨਲ ਚਲਾ ਰਹੇ ਹੋ, ਕੈਮਰਾ ਲੈ ਕੇ ਬੈਠੇ ਆ, ਕਿਉਂ ਬੈਠੇ ਆ? ਜੇ ਡੈਮੋਕ੍ਰੇਸੀ ਹੈ ਤਾਂ ਬੈਠੇ ਆ ਨਾ, ਜੇ ਉਹੀ ਨਾ ਬਚੀ ਫਿਰ ਕਿਵੇਂ ਬੈਠਾਂਗੇ? ਸੋ ਜਿਹੜੀ ਵੱਡੀ ਲੜਾਈ ਹੈ ਉਹ ਤਾਂ ਲੜਨੀ ਪੈਂਦੀ ਹੈ। ਅੱਜ ਗੱਲ ਇਹ ਨਹੀਂ ਹੈ ਕਿ ਇਹਦੇ ਤੇ ਤੁਸੀਂ ਕਹਿੰਦੇ ਕਿ ਨਿੱਜੀ ਤੁਹਾਡਾ ਕੀ ਰਹੇਗਾ, ਉਹ ਮਸਲਾ ਅੱਡ ਹੈ। ਪਰ ਤੁਸੀਂ ਇਹ ਦੱਸੋ ਕਿ ਜਿਹੜੀ ਇਹ ਲੜਾਈ ਹੈ, ਤੁਸੀਂ ਦੱਸੋ ਇਹ ਲੜਾਈ ਲੜਨੀ ਸਮੇਂ ਦੀ ਲੋੜ ਹੈ ਕਿ ਨਹੀਂ ਹੈ? ਇਹ ਲੜਾਈ ਲੜੇ ਬਿਨਾਂ ਗੁਜ਼ਾਰਾ ਕੀ ਹੋ ਸਕਦਾ? ਕੋਈ ਮੈਨੂੰ ਇੱਕ ਬੰਦਾ ਦੱਸ ਦੇਵੇ ਕਿ ਬੀਜੇਪੀ ਦੇ ਨਾਲ ਜਾਂ ਜੋ ਇਹ ਕਰ ਰਹੇ ਨੇ ਮੁਲਕ ਦੇ ਵਿੱਚ, ਉਹ ਲੜਾਈ ਲੜੇ ਬਿਨਾਂ, ਉਸ ਚੀਜ਼ ਤੋਂ ਇਸ ਮੁਲਕ ਨੂੰ ਬਚਾਏ ਬਿਨਾਂ ਕੀ ਗੁਜ਼ਾਰਾ ਹੋ ਸਕਦਾ? ਜਿਹੜੀ ਜੀਣੇ ਔਰ ਮਰਨ ਦੀ ਲੜਾਈ ਹੈ ਉਹ ਤਾਂ ਲੜਨੀ ਹੀ ਪੈਣੀ ਹੈ। ਤੇ ਲੱਗਦਾ ਕਿ ਦੇਸ਼ ਦੇ ਵਿੱਚ ਸੱਚੀ ਇਸ ਵੇਲੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ, ਕਿਉਂਕਿ ਇੱਕ ਪਾਸੇ ਪੰਜਾਬ ਤਾਂ ਰਿਟੈਲੀਏਟ ਕਰ ਰਿਹਾ ਹੈਗਾ, ਉਧਰਲੇ ਪਾਸੇ ਸਾਊਥ ਦੀਆਂ ਸਟੇਟਾਂ ਉਹ ਵੀ ਲਗਾਤਾਰ ਵਿਰੋਧ ਕਰ ਰਹੀਆਂ ਨੇ, ਕੇਰਲ ਦਾ ਅਸੀਂ ਜ਼ਿਕਰ ਕਰ ਲਈਏ ਉਹ ਵੀ ਲਗਾਤਾਰ ਵਿਰੋਧ ਕਰ ਰਹੇ ਨੇ। ਇਹ ਲੱਗਦਾ ਕਿ ਦੇਸ਼ ਦੇ ਵਿੱਚ ਹਾਲਾਤ ਉੱਦਾਂ ਦੇ ਨਹੀਂ ਰਹੇ ਜਿੱਦਾਂ ਦੇ ਪਹਿਲਾਂ ਸੀਗੇ। ਆਮ ਤੌਰ 'ਤੇ ਇੱਕ ਇਕੱਠਿਆਂ ਰੱਖਣ ਦੀ ਗੱਲ ਹੁੰਦੀ ਸੀ, ਅਨੇਕਤਾ ਵਿੱਚ ਏਕਤਾ ਦੀ ਗੱਲ ਹੁੰਦੀ ਸੀ, ਪਰ ਅੱਜ ਕੱਲ੍ਹ ਏਕਤਾ ਦੇ ਵਿੱਚ ਅਨੇਕਤਾ ਦੀ ਗੱਲ ਹੋ ਰਹੀ ਹੈ। ਤਾਂ ਇਸ ਦੇ ਨਾਲ ਮੁਲਕ ਨੂੰ ਨੁਕਸਾਨ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਦੇਖੋ, ਜਿਸ ਤਰੀਕੇ ਨਾਲ ਇਸ ਮੁਲਕ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕੋਈ ਡੈਮੋਕ੍ਰੈਟਿਕ ਤਰੀਕਾ ਨਹੀਂ ਹੈਗਾ। ਜਦੋਂ ਤੁਸੀਂ ਡੈਮੋਕ੍ਰੈਟਿਕ ਤਰੀਕਾ ਡੈਮੋਕ੍ਰੇਸੀ ਦੇ ਵਿੱਚ ਨਹੀਂ ਅਪਣਾਓਗੇ, ਫਿਰ ਲੋਕਾਂ ਦੇ ਜਿਹੜੇ ਵਿਰੋਧ ਉੱਠਣੇ ਹੈ ਉਹ ਸੁਭਾਵਿਕ ਹੈ। ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਜਿਹੜਾ ਸਤਿਕਾਰ ਦੇ ਨਾਲ, ਪਿਆਰ ਦੇ ਨਾਲ ਸਭ ਨੂੰ ਇਕੱਠੇ ਰੱਖਣਾ ਹੁੰਦਾ। ਜਿਹੜੀ ਅਨੇਕਤਾ 'ਚ ਏਕਤਾ ਹੈ ਉਹ ਰੱਖਣੀ ਹੁੰਦੀ ਹੈ। ਔਰ ਖ਼ਾਸ ਤੌਰ 'ਤੇ ਜਦੋਂ ਲੋਕਾਂ ਨੂੰ ਇਹ ਲੱਗਣ ਲੱਗ ਜੇ ਕਿ ਯਾਰ ਸਾਡੇ ਇੰਟਰਸਟ ਜਿਹੜੇ ਆ ਉਹ ਕੁਝ ਕਾਰਪੋਰੇਟਸ ਦੇ ਕੋਲ ਵੇਚੇ ਜਾ ਰਹੇ ਨੇ, ਕਿ ਲੋਕਾਂ ਦਾ ਜਿਹੜਾ ਇਨਸਿਕਿਉਰ ਹੋਣਾ ਉਹ ਸੁਭਾਵਿਕ ਹੋ ਜਾਂਦਾ, ਜੋ ਕਿ ਹੁਣ ਇਸ ਮੁਲਕ ਦੇ ਵਿੱਚ ਹੋ ਰਿਹਾ। ਸੋ ਇਸੇ ਕਰਕੇ ਜਿਹੜਾ ਇੰਡੀਆ ਅਲਾਇੰਸ ਹੈ ਉਹ ਸਮੇਂ ਦੀ ਲੋੜ ਜਿਹੜਾ ਬਣ ਗਿਆ ਸੀ। ਇਸੇ ਕਰਕੇ ਇੰਡੀਆ ਅਲਾਇੰਸ ਬਣਾਇਆ ਗਿਆ। ਜਿਹੜੀਆਂ ਪਾਰਟੀਆਂ ਇੱਕ ਦੂਜੇ ਦੀਆਂ ਵਿਰੋਧੀ ਵੀ ਹੈਗੀਆਂ ਨੇ, ਰਹੀਆਂ ਵੀ ਨੇ ਤੇ ਹੈਗੀਆਂ ਵੀ ਨੇ, ਉਹਨਾਂ ਨੂੰ ਵੀ ਇੰਡੀਆ ਅਲਾਇੰਸ ਦੇ ਵਿੱਚ ਇਕੱਠੇ ਹੋਣਾ ਪਿਆ ਇਸ ਡੈਮੋਕ੍ਰੇਸੀ ਨੂੰ, ਇਸ ਦੇਸ਼ ਨੂੰ ਬਚਾਉਣ ਦੇ ਲਈ। ਜਿਹੜੇ ਸਰ ਵੈਸੇ ਹੁਣ ਕੀ ਚੱਲ ਰਿਹਾ ਹੈਗਾ ਪੰਜਾਬ ਨੂੰ? ਪਹਿਲਾਂ ਤਾਂ ਤੁਹਾਡੇ ਮੈਂ ਹਲਕੇ ਦਾ ਪੁੱਛਿਆ, ਤੁਹਾਡਾ ਵਿਜ਼ਨ ਕੀ ਹੈ? ਤੁਸੀਂ ਦੱਸ ਰਹੇ ਹੋ ਗਰਾਊਂਡਸ ਬਣਾ ਰਹੇ ਹੋ, ਜਿਹੜੇ ਐਜੂਕੇਸ਼ਨ ਅਦਾਰੇ ਉਹਨਾਂ ਦੀ ਜਿਹੜੀ ਦਿੱਖ ਹੈ ਉਹਨੂੰ ਸੁਧਾਰਨ ਦੀ ਕੋਸ਼ਿਸ਼ ਹੈ, ਲੋਕਾਂ ਨੂੰ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹਨਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਵੈਸੇ ਓਵਰਆਲ ਪੰਜਾਬ ਨੂੰ ਲੈ ਕੇ ਤੁਹਾਡਾ ਕੁਛ ਹੈਗਾ ਆਈਡੀਆ ਕਿ ਪੰਜਾਬ ਦੇ ਵਿੱਚ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ? ਇੱਕ ਪਿੱਛੇ ਜੇ ਕਿਉਂਕਿ ਤੁਹਾਡੀ ਸਰਕਾਰ ਨੇ ਐਮੀਨੈਂਸ ਸਕੂਲ ਆਫ ਐਮੀਨੈਂਸ ਖੋਲ੍ਹੇ ਨੇ, ਉਹ ਇੱਕ ਬੜਾ ਵਧੀਆ ਇਨੀਸ਼ੀਏਟਿਵ ਹੈਗਾ। ਜੇ ਵਧੀਆ ਤਰੀਕੇ ਨਾਲ ਇੰਪਲੀਮੈਂਟ ਹੋ ਗਿਆ ਤਾਂ ਉਹਦੇ ਨਤੀਜੇ ਵਧੀਆ ਆ ਸਕਦੇ ਨੇ। ਵੈਸੇ ਓਵਰਆਲ ਪੰਜਾਬ ਦੇ ਲਈ ਕੀ ਡਿਵੈਲਪਮੈਂਟ ਮਾਡਲ ਲੈ ਕੇ ਚੱਲ ਰਹੇ ਹੋ, ਜਾਂ ਜ਼ਿਹਨ 'ਚ ਕੀ ਹੈਗਾ ਤੁਹਾਡੇ? ਸੂਬੇ ਵਾਸਤੇ ਜਿੱਥੇ ਤੱਕ ਤਾਂ ਸਿਹਤ ਸਹੂਲਤਾਂ ਦੀ ਗੱਲ ਹੈ, ਉਸ ਪਾਸੇ ਵੱਲ ਵੀ ਗਵਰਨਮੈਂਟ ਨੇ ਹੁਣ ਤੱਕ ਬਹੁਤ ਸਾਰੇ ਇਨੀਸ਼ੀਏਟਿਵ ਲਏ ਹੈ, ਮੁਹੱਲਾ ਕਲੀਨਿਕ ਵੀ ਖੋਲ੍ਹੇ ਹੈ, ਔਰ ਸਾਰੇ ਜ਼ਿਲ੍ਹਾ ਹਸਪਤਾਲਾਂ ਨੂੰ ਉਹਨਾਂ ਦਾ ਜਿਹੜਾ ਬਹੁਤ ਵੱਡੀ ਪੱਧਰ 'ਤੇ ਉਹਨਾਂ ਸੁਧਾਰ ਹੋਣ ਜਾ ਰਹੇ ਨੇ, ਉਹਨਾਂ ਨੂੰ ਕਾਰਪੋਰੇਟ ਟਾਈਪ ਜਿਹੜੀਆਂ ਉਹਨਾਂ ਨੂੰ ਬਣਾਇਆ ਜਾ ਰਿਹਾ। ਔਰ ਇਸੇ ਤਰ੍ਹਾਂ ਅਸੀਂ ਗੱਲ ਕਰੀਏ ਐਜੂਕੇਸ਼ਨ ਦੇ ਵਿੱਚ, ਉਹਦੇ ਸਕੂਲ ਆਫ ਐਮੀਨੈਂਸ ਦੀ ਜਿਹੜੀ ਸ਼ੁਰੂਆਤ ਪੰਜਾਬ 'ਚ ਹੋਈ ਹੈ, ਤੇ ਬਹੁਤ ਵੱਡੇ ਰਿਜ਼ਲਟ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ। ਇੰਪਲੋਇਮੈਂਟ ਜਨਰੇਸ਼ਨ ਦੇ ਲਈ ਵਾਰ-ਵਾਰ ਮੁੱਖ ਮੰਤਰੀ ਸਾਹਿਬ ਹਰ ਖੇਤਰ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਵੱਧ ਤੋਂ ਵੱਧ ਜਿਹੜੀ ਇਨਵੈਸਟਮੈਂਟ ਹੈ ਉਹ ਪੰਜਾਬ ਦੇ ਵਿੱਚ ਲਿਆਂਦੀ ਜਾਵੇ। ਤੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਗੱਲ ਜਿਹੜੀ ਵਾਰ-ਵਾਰ ਸਪਸ਼ਟ ਕਹੀ ਹੈ ਕਿ ਜਿਹੜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਇੰਡਸਟਰੀ ਆਏਗੀ,
ਉਹਦੇ 'ਚ ਜਿਹੜੀ EMPLOYMENT ਹੈ ਉਹ ਪੰਜਾਬੀਆਂ ਨੂੰ ਮਿਲੇਗੀ। ਇੱਕ ਬੜਾ ਇਹ ਵੱਡਾ ਸਵਾਲ ਆ, ਕਿਉਂਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬੀਆਂ ਨੂੰ ਉਸ ਤਰੀਕੇ ਨਾਲ ਮਾਣ ਨਹੀਂ ਮਿਲਦਾ, ਜਾਂ ਉਹ ਪਿੱਛੇ ਰਹਿ ਜਾਂਦੇ ਨੇ। ਜਦੋਂ ਭਰਤੀ ਦਾ ਜ਼ਿਕਰ ਆਉਂਦਾ ਕਹਿੰਦੇ ਕਿ ਪੰਜਾਬੀਆਂ ਨੂੰ ਲੈ ਕੇ ਬੜਾ ਸ਼ੰਕੇ ਰਹੇ ਨੇ। ਉਹ ਚੱਲਦਾ ਜ਼ਿਹਨ ਦੇ ਵਿੱਚ ਕਿ ਪੰਜਾਬੀ ਨੂੰ ਜਿੱਦਾਂ ਰਾਖਵਾਂ ਰੱਖਿਆ ਹੁੰਦਾ ਵੀ ਇੰਨੇ ਫੀਸਦੀ ਪੰਜਾਬੀਆਂ ਨੂੰ ਨੌਕਰੀ ਮਿਲੇਗੀ, ਉਸ ਤੋਂ ਬਾਅਦ ਜਿਹੜੇ ਦੇਖੋ ਤੱਕ ਤੁਹਾਡੇ ਸਾਹਮਣੇ ਸਬ ਇੰਸਪੈਕਟਰਾਂ ਦੀਆਂ ਜਿਹੜੀਆਂ ਪੋਸਟਾਂ ਭਰੀਆਂ ਗਈਆਂ ਨੇ, ਉਹਦੇ 'ਚ ਵੱਡੀ ਗਿਣਤੀ 'ਚ ਆਪਣੇ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਭਰਤੀ ਹੋਏ ਨੇ। ਸੋ ਜਿਹੜਾ ਇੱਕ ਸਿਸਟਮ ਪੁਰਾਣਾ ਚੱਲਿਆ ਆਉਂਦਾ, ਉਹਨੂੰ ਸਮੇਂ ਦੇ ਨਾਲ ਠੀਕ ਕੀਤਾ ਜਾ ਰਿਹਾ, ਅਤੇ ਇਸ ਪਾਸੇ ਵੱਲ ਵੀ ਆਮ ਆਦਮੀ ਪਾਰਟੀ ਸਰਕਾਰ ਦਾ ਅਤੇ ਮਾਨ ਸਾਹਿਬ ਦਾ ਵਿਸ਼ੇਸ਼ ਧਿਆਨ ਹੈ। ਖੇਤੀਬਾੜੀ ਨੂੰ ਲੈ ਕੇ ਕੀ ਚੱਲ ਰਿਹਾ ਹੈਗਾ ਇਸ ਵੇਲੇ ਤੁਸੀਂ, ਕਿਉਂਕਿ ਗੱਲਾਂ ਬਾਤਾਂ ਚੱਲਦੀਆਂ ਹੋਣੀ ਸਰਕਾਰ ਦੇ ਦਰਮਿਆਨ। ਇੱਕ ਖੇਤੀਬਾੜੀ ਵੱਡਾ ਪਾਲਿਸੀ ਸਵਾਲ ਇਹ ਹੈ ਕਿ ਖੇਤੀਬਾੜੀ ਜਿਹੜੀ ਹੈ ਉਹ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਨੌਜਵਾਨ ਪੀੜ੍ਹੀ ਛੱਡ ਕੇ ਵਿਦੇਸ਼ਾਂ ਵੱਲ ਰੁਖ ਕਰ ਚੁੱਕੀ ਹੈ। ਚੱਲ ਰਿਹਾ ਇਸ ਬਾਰੇ ਚਰਚਾ ਕੋਈ? ਬਿਲਕੁਲ ਜੀ, ਉਹਦੇ ਲਈ ਇੱਕ ਜਿਹੜੀ ਸਾਡੀ ਐਗਰੀਕਲਚਰ ਪਾਲਿਸੀ ਹੈ, ਖੇਤੀਬਾੜੀ ਪਾਲਿਸੀ ਹੈ, ਅਤੇ ਉਹਦੇ ਵਿੱਚ ਜਿਹੜੇ ਹੈ ਆਉਣ ਵਾਲੇ ਸਮੇਂ ਤੁਹਾਨੂੰ ਕਦਮ ਚੁੱਕੇ ਹੋਏ ਦਿਖਾਈ ਦੇਣਗੇ। ਚੜ੍ਹ ਸਾਹਿਬ, ਅਖੀਰ ਤੇ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਗੱਲਾਂ ਅੱਜ ਹੋਈਆਂ ਨੇ। ਤੁਹਾਡੇ ਜ਼ਿਹਨ ਦੇ ਵਿੱਚ ਹੁਣ ਕੀ ਚੱਲ ਰਿਹਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਹੈਗਾ ਪਹਿਲ ਦੇ ਆਧਾਰ ਤੇ ਤੁਸੀਂ ਪੰਜਾਬ ਦੇ ਲਈ ਜਾਂ ਪੰਜਾਬ ਦੇ ਲੋਕਾਂ ਦੇ ਲਈ? ਦੇਖੋ 24 ਘੰਟੇ ਸਾਡੇ ਜ਼ਿਹਨ ਦੇ ਵਿੱਚ ਤਾਂ ਇਹੀ ਚੱਲਦਾ ਕਿ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਹੈ, ਹੋ ਸਕਦਾ ਜਿਹੜੀ ਸਿਆਸਤ ਦੇ ਵਿੱਚ ਬਾਕੀ ਲੋਕਾਂ ਨੂੰ ਹਲੇ ਅਗਲੇ ਇਲੈਕਸ਼ਨ ਦੀ ਚਿੰਤਾ ਪੈ ਗਈ ਹੋਵੇ, ਕਿਸੇ ਨੂੰ ਜਿਹੜੀ ਉਹ 27 ਦੀ ਪੈ ਗਈ ਹੋਵੇ, ਕਿਸੇ ਨੂੰ 24 ਦੀ ਹੈਗੀ। 24 ਦੀ ਕਿਸੇ ਨੂੰ, ਪਰ ਸਾਡੀ ਤਾਂ ਇੱਕੋ ਹੀ ਚਿੰਤਾ ਕਿ ਉਹ ਅਗਲੀਆਂ ਗੱਲਾਂ ਬਾਅਦ ਦੀ ਗੱਲ ਹੈ ਕਿ ਅਸੀਂ 5 ਸਾਲ ਜਿਹੜੇ ਸਾਨੂੰ ਲੋਕਾਂ ਨੇ ਦਿੱਤੇ ਹੈ, ਇਹ ਲੋਕਾਂ ਦੇ ਨਾਲ ਇਨਸਾਫ ਕਿਵੇਂ ਕਰਨਾ। ਇਹ 5 ਸਾਲ ਦੇ ਵਿੱਚ ਆਪਣੇ ਹਲਕੇ ਵਾਸਤੇ, ਆਪਣੇ ਸੂਬੇ ਵਾਸਤੇ ਵਧੀਆ ਤੋਂ ਵਧੀਆ ਅਤੇ ਵੱਧ ਤੋਂ ਵੱਧ ਜਿਹੜੇ ਐਫਰਟਸ ਹੈ ਉਹ ਕਿਵੇਂ ਕਰਨੇ ਹੈ, ਉਹਨਾਂ ਦੀਆਂ ਜਿੰਨੀਆਂ ਵੀ ਲੋੜਾਂ ਅਸੀਂ ਇਹਨਾਂ 5 ਸਾਲਾਂ 'ਚ ਪੂਰੀਆਂ ਕਰ ਸਕੀਏ, 5 ਸਾਲ 'ਚ ਉਹਨਾਂ ਨੂੰ ਜੋ ਵੀ ਬਦਲ ਕੇ ਚੰਗਾ ਦੇ ਸਕੀਏ, ਉਹ ਕਿਵੇਂ ਦੇਣਾ। ਸਾਡਾ ਤਾਂ 24 ਘੰਟੇ ਜਿਹੜਾ ਧਿਆਨ ਹੈ ਉਹ ਇਸੇ ਪਾਸੇ ਰਹਿੰਦਾ। ਤੇ ਆਖਰੀ ਕਿ ਕਰਪਸ਼ਨ ਨੂੰ ਲੈ ਕੇ ਕਲੀਅਰ ਕੱਟ ਹੈਗਾ ਕਿ ਕਰਪਸ਼ਨ ਕੋਈ ਵੀ ਕਰੂਗਾ ਤਾਂ ਉਹਦੇ ਖਿਲਾਫ ਵੱਡਾ ਬਿਲਕੁਲ ਜੀ। ਐਕਸ਼ਨ? ਦੇਖੋ ਮੈਂ ਬਾਰ-ਬਾਰ ਜਦੋਂ ਸਾਡਾ ਰੋਪੜ ਐਜੀਟੇਸ਼ਨ ਹੋਇਆ, ਮੈਂ ਉਦੋਂ ਵੀ ਕਹਿੰਦਾ ਰਿਹਾ, ਕੈਮਰੇ 'ਤੇ ਵੀ ਇਹ ਗੱਲ ਕਹੀ ਹੈ ਕਿ ਮੇਰੇ ਹਲਕੇ ਦੇ ਵਿੱਚ ਤੁਸੀਂ ਇੱਕ ਪੈਸੇ ਦੀ ਬਗਾਰ ਦੱਸ ਦਿਓ ਕਿਸੇ ਅਫਸਰ ਨੂੰ। ਜੇ ਪਹਿਲਾਂ ਤਾਂ ਦੇਖੋ ਬਗਾਰਾਂ ਨਾਲ ਕੰਮ ਚੱਲਦਾ ਰਿਹਾ, ਇੱਕ ਚਾਹ ਦੇ ਕੱਪ ਦੀ ਬਗਾਰ ਦੱਸ ਦਿਓ ਕਿਸੇ ਤਹਿਸੀਲਦਾਰ ਨੂੰ, ਕਿਸੇ ਥਾਣੇਦਾਰ ਨੂੰ, ਉਹਨੇ ਕਿਸੇ ਨੂੰ। ਇੱਕ ਸਿਸਟਮ ਹੀ ਬਣਿਆ ਹੋਇਆ ਸੀ ਨਾ ਪਹਿਲਾਂ, ਕਹਿੰਦੇ ਕਿ MLA ਬਣਦਾ ਸੀਗਾ, ਦੂਸਰਾ ਉਹਦੀ ਥਾਂ ਆਉਂਦਾ ਸੀਗਾ ਤਾਂ ਉਹਨੂੰ ਵੱਡੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ। ਤਾਂ ਇਹ ਬੜਾ ਇੱਕ ਟਰੈਂਡ ਜਿਹਾ ਚੱਲਦਾ ਸੀਗਾ। ਮੈਂ ਪਿੱਛੇ ਜਿਹੇ ਤੁਹਾਡੇ ਹੋਰ ਸਾਥੀ ਨਾਲ ਬੈਠਾ ਸੀ, ਉਹ ਕਹਿੰਦੇ ਕਿ ਮੈਂ ਠੇਕੇ ਤੋਂ ਇੱਟਾਂ ਪੁੱਛਣ ਗਿਆ, ਉਹ ਕਹਿੰਦੇ MLA ਸਾਹਿਬ ਤੁਹਾਡੇ ਤੋਂ ਕਾਹਦੇ ਪੈਸੇ ਲੈਣੇ। ਤਾਂ ਇੱਕ ਸਿਸਟਮ ਬਣ ਗਿਆ ਸੀਗਾ ਇਹ ਵੀ MLA ਬਣ ਗਿਆ, ਉਹਦਾ ਮਤਲਬ ਵੀ ਹੱਕ ਤੁਹਾਡਾ, ਹੱਕ ਦੇ ਨਾਲ ਤੁਸੀਂ ਕੁਝ ਵੀ ਲਈ ਜਾਓ ਤੇ ਕੋਈ ਪੁੱਛਦਾ ਨਹੀਂ ਸੀਗਾ। ਔਰ ਸਾਡੇ ਤੁਸੀਂ ਜਿੱਥੇ ਆ ਕੇ ਦੇਖ ਲਿਓ, ਆਮ ਤੌਰ 'ਤੇ ਜਿਹੜੇ ਰੈਸਟ ਹਾਊਸਿਸ ਹੈ ਇਹ ਇਹੀ ਅਫਸਰ ਚਲਾਉਂਦੇ ਸੀਗੇ। ਸਾਡੇ ਤੁਸੀਂ ਆ ਕੇ ਦੇਖ ਲਿਓ, ਜੇ ਰੈਸਟ ਹਾਊਸ ਦੇ ਵਿੱਚ ਚਾਹ ਵੀ ਬਣਦੀ ਹੈ, ਉਹਦਾ ਦੁੱਧ ਵੀ ਜਿਹੜਾ ਉਹ ਆਪਣੀ ਜੇਬ ਦੇ ਵਿੱਚੋਂ ਆਊਗਾ। ਕਿਸੇ ਅਫਸਰ 'ਤੇ ਇੱਕ ਪੈਸੇ ਦੀ ਬਗਾਰ ਜਿਹੜੀ ਆ ਉਹ ਨਾ ਤਾਂ ਬਗਾਰ ਹੈ ਅਤੇ ਨਾ ਹੀ ਕਿਸੇ ਨੂੰ ਇੱਕ ਪੈਸੇ ਦੀ ਜਿਹੜੀ ਕਰਪਸ਼ਨ ਹੈ ਉਹ ਅਲਾਊਡ ਹੈ। ਅਤੇ ਕਰਪਸ਼ਨ ਨੂੰ ਲੈ ਕੇ ਜੋ ਮਾਨ ਸਾਹਿਬ ਦਾ ਸਟੈਂਡ ਹੈ, ਉਹ ਸਾਰੇ MLA'ਆਂ ਦਾ, ਸਾਰੀ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਸਖਤ ਜਿਹੜਾ ਸਟੈਂਡ ਹੈ ਇਹੀ ਹੈ ਕਿ ਕਰਪਸ਼ਨ ਆਪਾਂ ਜਿਹੜੀ ਬਿਲਕੁਲ ਤੇ ਜਿਨ੍ਹਾਂ ਨਹੀਂ ਚੱਲਣ ਦਿੰਦੇ। ਨੇ ਪਹਿਲਾਂ ਕੀਤੀ ਹੋਈ ਆ ਉਹਨਾਂ ਦੇ ਖਿਲਾਫ ਵੀ ਐਕਸ਼ਨ ਜਾਰੀ ਰਹਿਣਗੇ? ਉਹਨਾਂ ਦੇ ਖਿਲਾਫ ਤੁਹਾਡੇ ਸਾਹਮਣੇ ਹੈ ਜੀ, ਹੁਣ ਐਕਸ਼ਨ ਚੱਲ ਰਹੇ ਨੇ ਅਤੇ ਐਕਸ਼ਨ ਵਾਲੇ ਸਮੇਂ 'ਚ ਵੱਧਦੇ ਰਹਿਣਗੇ। ਬਹੁਤ ਸ਼ੁਕਰੀਆ ਚੱਡਾ ਸਾਹਿਬ, ਤੁਸੀਂ ਸਮਾਂ ਦਿੱਤਾ। ਮੈਨੂੰ ਲੱਗਦਾ ਕਿ ਤਮਾਮ ਗੱਲਾਂ 'ਤੇ ਚਰਚਾ ਹੋਈ ਹੈ, ਬੜੇ ਵਿਵਾਕ ਢੰਗ ਨਾਲ ਤੁਸੀਂ ਜਵਾਬ ਦਿੱਤੇ। ਬਹੁਤ ਸ਼ੁਕਰੀਆ ਤੁਹਾਡਾ। ਬੜੀ ਮਿਹਰਬਾਨੀ, ਧੰਨਵਾਦ। ਸੋ ਇਹ ਸਨ ਦਿਨੇਸ਼ ਚੱਡਾ ਜੀ, ਰੋਪੜ ਦੇ ਹਲਕੇ ਦੇ ਵਿੱਚ ਬਤੌਰ ਵਿਧਾਇਕ ਇਸ ਵੇਲੇ ਵਿਚਰ ਰਹੇ ਨੇ। ਕਹਿੰਦੇ ਕਿ ਲੋਕਾਂ ਦੇ ਵਿੱਚ ਰਹਿ ਕੇ ਹੀ ਕੰਮ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਦਾ ਵਿਜ਼ਨ ਕੀ ਹੈਗਾ ਖਾਸ ਕਰਕੇ ਪੰਜਾਬ ਲਈ ਅਤੇ ਇਹਨਾਂ ਦਾ ਆਪਣੇ ਹਲਕੇ ਦੇ ਲਈ। ਤਮਾਮ ਮਸਲੇ 'ਤੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸ਼ੁਰੂਆਤ ਕਿੱਥੋਂ ਹੋਈ, ਕਿਵੇਂ ਪੋਲੀਟਿਕਸ ਦੇ ਵਿੱਚ ਆਉਣਾ ਹੋਇਆ, ਅੱਜ ਕੱਲ੍ਹ ਕੀ ਚੱਲ ਰਿਹਾ ਹੈਗਾ, ਅਤੇ ਬਦਲਵੀਂ ਰਾਜਨੀਤੀ ਜਿਹੜੀ ਹੈਗੀ ਜਿਹਦੀ ਅਕਸਰ ਚਰਚਾ ਚੱਲਦੀ ਸੀ, ਉਹਨੂੰ ਕਿਸ ਤਰੀਕੇ ਨਾਲ ਨੇਪਰੇ ਚਾੜ੍ਹ ਰਹੇ ਨੇ। ਤਾਂ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਆਪਣੇ ਤਰੀਕੇ ਨਾਲ ਦੱਸੀਆਂ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਵੀ ਪਹਿਲੀ ਵਾਰ ਪਤਾ ਲੱਗੀਆਂ ਹੋਣੀਆਂ। ਤੁਸੀਂ ਆਪਣੇ ਕਮੈਂਟ, ਆਪਣੀ ਟਿੱਪਣੀ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਇਸ ਤੋਂ ਅੱਗੇ ਲੈਣੀਆਂ। ਬਹੁਤ ਬਹੁਤ ਧੰਨਵਾਦ।